ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹਿਲਾ ਪਹਿਲਾ। ਪੱਟੀ ਲਿਖੀ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਸਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਮਨ ਕਾਹੇ ਭੁੱਲੇ ਮੂਢ ਮਨਾ, ਜਬ ਲੇਖਾ ਦੇਵਹਿ ਬੀਰਾ। ਤਉ ਪੜ੍ਹਿਆ ਰਹਾਉ, ਈਵੜੀ ਆਦ ਪੁਰਖ ਹੈ ਦਾਤਾ। ਆਪੇ ਸੱਚਾ ਸੋਈ, ਇਨ੍ਹਾਂ ਅੱਖਰਾਂ ਮਹਿ ਜੋ ਗੁਰਮੁਖ ਬੁਝੇ। ਤਿਸ ਸਿਰ ਲੇਖ ਨ ਹੋਈ, ਈਵੜੀ ਆਦ ਪੁਰਖ ਹੈ ਦਾਤਾ। ਆਪੇ ਸੱਚਾ ਸੋਈ, ਇਨ੍ਹਾਂ ਅੱਖਰਾਂ ਮਹਿ ਜੋ ਗੁਰਮੁਖ ਬੁਝੇ। ਤਿਸ ਸਿਰ ਲੇਖ ਨਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਾਣੇ ਦੇ ਮਾਣ, ਨਿਤਾਣੇ ਦੇ ਤਾਣੀ, ਓਟਿਆਂ ਦੀ ਓਟ। ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਦੀ ਮਹਿਰਾਮਤ ਬਖਸ਼ਿਸ਼ ਭਰੀ ਹਜ਼ੂਰੀ ਦਾ ਆਨੰਦ ਮਾਣ ਰਹੇ ਗੁਰਮੁਖ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋਂ ਵਡਭਾਗੇ ਆ। ਪਾਤਸ਼ਾਹ ਜੀ ਨੇ ਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪਾਂ ਸਭਨਾਂ ਨੂੰ ਗੁਰਦਰਬਾਰ ਦੀ ਹਾਜ਼ਰੀ ਭਰਨ ਦਾ ਇਸ ਭਾਗ ਬਖਸ਼ਿਆ ਹੈ। ਪਾਤਸ਼ਾਹ ਜੀ ਦਾ ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ ਹੈ। ਸਤਿਗੁਰੂ ਰਹਿਮਤ ਕਰਨ ਜਿੱਥੇ ਤਨ ਕਰਕੇ ਜੁੜ ਬੈਠੇ ਆ, ਸੁਰਤ ਅਤੇ ਸ਼ਬਦ ਦਾ ਮੇਲ ਬਣੇ, ਗੁਰੂ ਉਪਦੇਸ਼ ਜੀਵਨ ਦਾ ਸ਼ਿੰਗਾਰ ਬਣੇ, ਗੁਰੂ ਉਪਦੇਸ਼ ਸਾਡੇ ਜੀਵਨ ਦਾ ਆਧਾਰ ਬਣੇ। ਆਪ ਜੀ ਵਡਭਾਗੇ ਹੋ। ਰੋਜ਼ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪਿਆਰ ਭਾਵਨਾ ਨਾਲ ਜੁੜ ਕੇ
ਗੁਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਹੋ। ਸਤਿਗੁਰ ਜੀ ਦੀ ਰਹਿਮਤ ਸਦਕਾ ਅੱਜ ਦੇ ਪਾਵਨ ਪਵਿੱਤਰ ਵਚਨ ਜਿਹੜੇ ਆਪ ਜੀਆਂ ਨੇ 10 ਪਾਸੋਂ ਪਾਠ ਰੂਪ ਸਰਵਣ ਕੀਤੇ ਹਨ, ਇਹ ਵਚਨ ਮਹਿਰਾਮਤ ਬਖਸ਼ਿਸ਼ ਦੇ ਦਾਤੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਆਸਾ ਰਾਗ ਵਿੱਚ ਦਰਜ ਨੇ। ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਇਹ ਸਮਝ ਲਈ ਕਿ ਪਾਵਨ ਬਾਣੀ ਜਿਹੜੀ ਹੈ ਇੱਕ ਇਤਿਹਾਸਕ ਪੱਖ ਵੀ ਰੱਖਦੀ ਹੈ। ਇਤਿਹਾਸਕ ਪੱਖ ਕਹਿਣ ਤੋਂ ਮੁਰਾਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਦੋਂ ਇਹ ਬਾਣੀ ਉਚਾਰਨ ਕੀਤੀ, ਉਸ ਸਮੇਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਸਨ। ਜਨਮ ਸਾਖੀ ਪੜ੍ਹੀਏ, ਹੋਰ ਵਿਦਵਾਨ ਸੱਜਣਾ ਨੂੰ ਪੜ੍ਹੀਏ। ਸਤਿਗੁਰੂ ਪਾਤਸ਼ਾਹ ਜੀ ਦੀ ਉਮਰ ਉਸ ਵੇਲੇ 7 ਕੁ ਸਾਲ ਬਣਦੀ ਹੈ। ਬਾਣੀ ਦਾ ਸਿਰਲੇਖ ਹੈ ਪੱਟੀ ਲਿਖੀ। ਸ਼ਾਇਦ ਅੱਜ ਦੀ ਜਨਰੇਸ਼ਨ ਜਿਹੜੀ ਹੈ ਉਹਨੂੰ ਸਮਝ ਨਾ ਆਵੇ। ਪੁਰਾਤਨ ਸਮੇਂ ਦੇ ਵਿੱਚ ਹੁਣ ਤੇ ਸਮਾਰਟ ਕਲਾਸ ਹੋ ਚੁੱਕੀਆਂ ਨੇ, ਜਾਂ ਕਲਾਸਾਂ ਦੇ ਵਿੱਚ ਵਾਈਟ ਬੋਰਡ ਹੈ। ਇਹਦੇ ਤੋਂ ਪਹਿਲਾਂ ਬਲੈਕ ਬੋਰਡ ਹੋਇਆ ਕਰਦਾ ਸੀ, ਉਹਦੇ ਉੱਤੇ ਚਿੱਟੀ ਜਿਹੜੀ ਚਾਕ ਹੈ ਜਾਂ ਆਪਾਂ ਬੱਤੀਆਂ ਕਹਿੰਦੇ ਸੀ, ਉਹਦੇ ਨਾਲ ਲਿਖ ਲੈਂਦੇ ਸੀ। ਹੁਣ ਆਮ ਤੌਰ ਤੇ ਜ਼ਿਆਦਾਤਰ ਸਮਾਰਟ ਕਲਾਸ ਨੇ। ਹੁਣ ਤੇ ਲੋਕਡਾਊਨ ਕਰਕੇ ਤੇ ਕੰਮ ਵਧਿਆ ਨਾ, ਆਨਲਾਈਨ ਚੱਲ ਪਿਆ। ਵਾਈਟ ਬੋਰਡ ਦੇ ਉੱਤੇ ਬਲੈਕ ਜਾਂ ਰੈੱਡ ਜਾਂ ਨੀਲੇ ਸਕੈਚ ਨਾਲ ਲਿਖਿਆ ਜਾਂਦਾ, ਜਿਸ ਨੂੰ ਆਪਾਂ ਮਾਰਕਰ ਕਹਿੰਦੇ ਹਾਂ। ਪੁਰਾਤਨ ਸਮੇਂ ਦੇ ਵਿੱਚ ਇੱਕ ਲੱਕੜ ਦੀ ਫੱਟੀ ਹੋਇਆ ਕਰਦੀ ਸੀ। ਉਹ ਫੱਟੀ ਨੂੰ ਪੋਤ ਕੇ ਜਾਂ ਉਹਦੇ ਉੱਤੇ ਮਿੱਟੀ ਲਾ ਕੇ ਕਹਿ ਲਈਏ, ਜਾਂ ਉਹਦੇ ਉੱਤੇ ਕਾਲਖ ਲਾ ਕੇ, ਕਈ ਵਾਰੀ ਇੱਕ ਬੂਟੀ ਵੀ ਹੁੰਦੀ ਸੀ, ਉਹ ਘਾਹ ਹੁੰਦੀ ਸੀ, ਉਹਨੂੰ ਪੀਸ ਕੇ ਤੇ ਉਹਨੂੰ ਲਾ ਦੇਣਾ ਉੱਤੇ, ਫਿਰ ਘੋਲ ਕੇ ਉਹਨੂੰ ਫਿਰ ਲਿਖਣਾ, ਉਹਨੂੰ ਫੱਟੀ ਕਿਹਾ ਜਾਂਦਾ ਸੀਗਾ। ਇੱਥੇ ਪੱਟੀ ਆਇਆ ਹੈ, ਆਪਾਂ ਉਹਨੂੰ ਫੱਟੀ ਵੀ ਕਹਿ ਦਿੰਦੇ ਸੀ। ਇੱਧਰ ਯੂਪੀ ਵਾਲੇ ਪਾਸੇ ਜਾਈਏ ਉਹਨੂੰ ਤਖਤੀ ਵੀ ਕਹਿੰਦੇ ਸੀ। ਉਹ ਸਾਈਜ਼ ਹੁੰਦੇ ਸੀ ਪਹਿਲਾਂ ਆਮ ਤੌਰ ਤੇ ਜਿਹੜੇ ਕਾਰਪੈਂਟਰ ਵੀਰ ਨੇ ਤਖਾਣ ਆਪਣੀਆਂ ਦੁਕਾਨਾਂ ਤੇ ਬਣਾ ਕੇ ਲਟਕਾ ਦਿੰਦੇ ਸੀ। 10 20 30 ਰੁਪਏ ਦੀ ਉਹ ਮਿਲ ਜਾਂਦੀ ਸੀ। ਕਹਿਣ ਤੋਂ ਮੁਰਾਦ ਇਹ ਹੈ ਕਿ ਪੜ੍ਹਾਉਣ ਵਾਲਾ ਜਿਹੜਾ ਕੰਮ ਸੀਗਾ ਉਸ ਵੇਲੇ ਫੱਟੀ ਦੇ ਉੱਤੇ ਕੀਤਾ ਜਾਂਦਾ ਸੀਗਾ। ਟੀਚਰ ਲਿਖ ਕੇ ਦੇ ਦਿੰਦਾ ਸੀ, ਜਿਸ ਨੂੰ ਆਪਾਂ ਕਹਿੰਦੇ ਪੂਰਨੇ ਪਾ ਕੇ ਦੇ ਦੇਣੇ। ਬੱਚਿਆਂ ਨੇ ਫਿਰ ਉਹਨੂੰ ਡਾਰਕ ਕਰਨਾ। ਅੱਜ ਕੱਲ੍ਹ ਤੇ ਹੁਣ ਪ੍ਰਿੰਟਡ ਆਉਂਦੀਆਂ ਨੇ ਨਾ ਕਾਪੀਆਂ, ਡੋਟ ਬਣੇ ਹੋਏ ਹੁੰਦੇ ਨੇ, ਬੱਚੇ ਨੇ ਉਹਦੇ ਉੱਤੇ ਪੈਨਸਲ ਘੁਮਾਣੀ ਹੁੰਦੀ ਹੈ ਤੇ ਉਹ ਲਿਖ ਲੈਂਦਾ ਹੈ। ਉਸ ਸਮੇਂ ਦੇ ਵਿੱਚ ਜਿਹੜਾ ਪੜ੍ਹਾਉਣ ਵਾਲਾ, ਉਹਨੂੰ ਵੀ ਪਾਂਧਾ ਕਿਹਾ ਜਾਂਦਾ ਸੀ। ਪਾਂਧੇ ਦੇ ਅਰਥ ਪੜ੍ਹਾਉਣ ਵਾਲਾ ਟੀਚਰ, ਆਪਾਂ ਹੁਣ ਅਧਿਆਪਕ ਕਹਿ ਦਿੰਦੇ ਹਾਂ, ਟੀਚਰ ਕਹਿ ਦਿੰਦੇ ਹਾਂ, ਮਾਸਟਰ ਕਹਿ ਦਿੰਦੇ ਹਾਂ। ਉਹਨੇ ਫੱਟੀ ਦੇ ਉੱਤੇ ਪੂਰਨੇ ਪਾ ਕੇ ਦੇਣੇ ਤੇ ਬੱਚਿਆਂ ਨੇ ਵੇਖ ਕੇ ਤੇ ਹੇਠਾਂ ਲਿਖੀ ਜਾਣਾ। ਸੰਸਾਰਿਕ ਤੌਰ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਿਤਾ ਜੀ ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਜੀ, ਜਿਨ੍ਹਾਂ ਨੂੰ ਆਪਾਂ ਬਾਬਾ ਕਾਲੂ ਜੀ ਵੀ ਕਹਿੰਦੇ ਆ, ਜਦੋਂ ਵੇਖਿਆ ਕਿ ਮੇਰਾ ਪੁੱਤਰ ਹੁਣ ਇਸ ਲਾਇਕ ਹੋਇਆ ਹੈ ਕਿ ਇਹਨੂੰ ਪੜ੍ਹਨ ਪਾਇਆ ਜਾਵੇ, ਪੜ੍ਹਾਉਣ ਲਈ ਜਦੋਂ ਪਾਂਧੇ ਦੇ ਕੋਲੇ ਲੈ ਕੇ ਗਏ, ਉਹਨੇ ਪੜ੍ਹਾਉਣਾ ਸ਼ੁਰੂ ਕੀਤਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਹੁਣ ਪੜ੍ਹਾਉਂਦਾ ਹੈ। ਸਤਿਗੁਰੂ ਪਹਿਲੇ 2-3 ਦਿਨ ਤੇ ਪੜ੍ਹੇ, ਉਹਦੇ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਪਾਂਧੇ ਨੂੰ ਪੜ੍ਹਾਇਆ ਹੈ। ਤੇ ਤੁਹਾਡੇ ਚਰਨਾਂ ਵਿੱਚ ਬੇਨਤੀ, ਕੱਲਾ ਪਾਂਧੇ ਨੂੰ ਨਹੀਂ ਪੜ੍ਹਾਇਆ, ਉਹ ਅੱਜ ਵੀ ਸਾਨੂੰ ਪੜ੍ਹਾ ਰਹੇ ਨੇ। ਤੇ ਪੜ੍ਹਦਾ ਉਹੀ ਬੱਚਾ ਹੈ
ਜਿਹੜਾ ਪਹਿਲੀ ਗੱਲ ਤੇ ਟੀਚਰ ਨੂੰ ਟੀਚਰ ਮੰਨੇ। ਉਹ ਬੱਚਾ ਪੜ੍ਹ ਸਕਦਾ ਹੈ, ਉਹ ਬੱਚਾ ਵੀ ਪੜ੍ਹ ਸਕਦਾ ਹੈ ਜਿਹੜਾ ਟੀਚਰ ਦੇ ਸਾਹਮਣੇ ਆਪਣੀ ਸਿਆਣਪ ਨਾ ਚਲਾਵੇ। ਉਹ ਬੱਚਾ ਟੀਚਰ ਦੇ ਕੋਲੋਂ ਕੁਝ ਲੈ ਸਕਦਾ ਹੈ। ਤੀਜੀ ਗੱਲ ਇਹ ਹੈ, ਬਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀਆਂ ਕਰ ਰਹੇ ਆਪ ਜੀ ਦੇ ਚਰਨਾਂ ਵਿੱਚ, ਲਾਈਵ ਵੀ ਸੁਣ ਰਹੀਆਂ ਨੇ ਸੰਗਤਾਂ। ਪਹਿਲੀ ਗੱਲ ਤੇ ਉਹ ਆਪਣੀ ਚਤਰਾਈ ਛੱਡੇ, ਦੂਜੀ ਗੱਲ ਉਹ ਟੀਚਰ ਨੂੰ ਟੀਚਰ ਮੰਨੇ, ਤੀਜੀ ਗੱਲ ਜਿਸ ਬੱਚੇ ਨੂੰ ਇਹ ਪਤਾ ਚੱਲ ਜਾਵੇ ਕਿ ਮੈਂ ਸਕੂਲ ਕੀ ਕਰਨ ਵਾਸਤੇ ਆਇਆ, ਸਤ ਸੰਗਤ ਉਹਨੂੰ ਸਫਲ ਹੋਣ ਦੇ ਵਿੱਚ, ਉਹਨੂੰ ਪ੍ਰਾਪਤੀ ਦੇ ਵਿੱਚ ਕੋਈ ਵੀ ਜਿਹੜੀ ਰੁਕਾਵਟ ਹੈ ਉਹ ਪਈ ਨਹੀਂ ਸਕਦੀ। ਪੜ੍ਹਨ ਤੋਂ ਪਹਿਲਾਂ ਹੀ ਕੁਝ ਸ਼ਰਤਾਂ ਨੇ। ਅੱਜ ਦੇ ਸਕੂਲਾਂ ਦੇ ਵਿੱਚ ਜੇ ਗੱਲ ਕਰੀਏ, ਪ੍ਰੋਪਰ ਡਰੈਸ ਚਾਹੀਦੀ ਹੈ, ਡਿਸਿਪਲਿਨ ਚਾਹੀਦਾ ਹੈ, ਕਲਾਸ ਦੇ ਵਿੱਚ ਬੈਠਣ ਵਾਸਤੇ ਵੀ ਅਨੁਸ਼ਾਸਨ ਚਾਹੀਦਾ ਹੈ। ਜਿਹੜਾ ਡਰੈਸ ਪਾ ਲੈਂਦਾ, ਯੂਨੀਫਾਰਮ ਪਾਉਂਦਾ ਹੈ, ਫਿਰ ਸਦ ਸੰਗਤ ਅਨੁਸ਼ਾਸਨ ਜਿਹੜਾ ਹੈ, ਡਿਸਿਪਲਿਨ ਨੂੰ ਫੋਲੋ ਕਰਦਾ ਹੈ, ਉਹ ਬੱਚਾ ਪੜ੍ਹ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆ ਪਹਿਲੀ ਵਾਰੀ ਹੋਇਆ ਜੀ, ਤੁਸੀਂ ਸੁਣਿਆ ਹੋਣਾ ਕਿ ਟੀਚਰ ਪੜ੍ਹਾਉਂਦੇ ਨੇ। ਇਹ ਪਹਿਲੀ ਵਾਰੀ ਹੋਇਆ ਸੀ ਦੁਨੀਆ ਦੇ ਇਤਿਹਾਸ ਦੇ ਵਿੱਚ ਕਿ ਟੀਚਰ ਨੂੰ ਕਿਸੇ ਨੇ ਪੜ੍ਹਾ ਦਿੱਤਾ। ਉਹਦਾ ਕਾਰਨ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਾਰੇ ਜਦੋਂ ਤੁਸੀਂ ਪੜ੍ਹੋਗੇ ਨਾ, 10 ਗੁਰੂ ਸਾਹਿਬਾਨ ਨੇ ਜੀ, ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ 9 ਗੁਰੂ ਸਾਹਿਬਾਨਾਂ ਦਾ ਆਪਾਂ ਗੁਰਤਾ ਗੱਦੀ ਪੁਰਬ ਵੀ ਮਨਾਉਂਦੇ ਆ, ਜੋਤੀ ਜੋਤ ਪੁਰਬ ਵੀ ਮਨਾਉਂਦੇ ਆ, ਪ੍ਰਕਾਸ਼ ਦਿਹਾੜਾ ਵੀ ਮਨਾਉਂਦੇ ਆ। 9 ਗੁਰੂ ਸਾਹਿਬਾਨਾਂ ਦਾ। 2 ਗੁਰੂ ਸਾਹਿਬਾਨ ਇਹੋ ਜਿਹੇ ਨੇ ਸਤ ਸੰਗਤ, ਇੱਕ ਗੁਰੂ ਸਾਹਿਬ ਦਾ ਆਪਾਂ ਕਦੇ ਗੁਰਗੱਦੀ ਪੁਰਬ ਨਹੀਂ ਮਨਾਉਂਦੇ, ਤੇ ਇੱਕ ਗੁਰੂ ਸਾਹਿਬ ਦਾ ਆਪਾਂ ਕਦੇ ਜੋਤੀ ਜੋਤ ਪੁਰਬ ਨਹੀਂ ਮਨਾਉਂਦੇ। ਇੱਕ ਗੁਰੂ ਸਾਹਿਬ ਜਿਨ੍ਹਾਂ ਦਾ ਆਪਾਂ ਕਦੇ ਗੁਰਤਾ ਗੱਦੀ ਪੁਰਬ ਨਹੀਂ ਮਨਾਉਂਦੇ, ਇੱਕ ਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦਾ ਆਪਾਂ ਕਦੇ ਜੋਤੀ ਜੋਤ ਪੁਰਬ ਨਹੀਂ ਮਨਾਉਂਦੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਕਦੇ ਵੀ ਗੁਰਤਾ ਗੱਦੀ ਪੁਰਬ ਨਹੀਂ ਮਨਾਇਆ ਜਾਂਦਾ। ਭਾਈ ਗੁਰਦਾਸ ਸਾਹਿਬ ਨੂੰ ਪੜ੍ਹਨਾ, ਹੋਰ ਵਿਦਵਾਨਾਂ ਨੂੰ ਪੜ੍ਹਨਾ, ਭਾਈ ਗੁਰਦਾਸ ਸਾਹਿਬ ਨੇ ਇਹ ਥੋੜੀ ਕਿਹਾ ਕਿ ਗੁਰੂ ਨਾਨਕ ਪ੍ਰਗਟਿਆ, ਨਹੀਂ, ਉਹਨਾਂ ਨੇ ਕਿਹਾ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਇਹਦਾ ਮਤਲਬ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਧੁਰੋਂ ਗੁਰੂ ਨੇ। ਬੇਨਤੀ ਨੂੰ ਸਮਝਣਾ ਜੀ, ਉਹ ਧੁਰੋਂ ਗੁਰੂ ਨੇ। ਇਹ ਨਹੀਂ ਕਿ ਉਹਨਾਂ ਨੂੰ ਇੱਥੇ ਆ ਕੇ ਗੁਰਿਆਈ ਮਿਲੇ, ਬਿਲਕੁਲ ਵੀ ਨਹੀਂ। ਪੜ੍ਹ ਕੇ ਤੇ ਵੇਖੋ, ਆਪ ਨਾਰਾਇਣ ਕਲਾਧਾਰ, ਸਭ ਤੇ ਵੱਡਾ ਸਤਿਗੁਰ ਨਾਨਕ, ਬਾਰ-ਬਾਰ ਇਹ ਬਚਨ ਵਰਤੇ ਗਏ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਧੁਰੋਂ ਗੁਰਤਾ ਗੱਦੀ, ਭਾਵ ਰੱਬ ਦੇ ਧੁਰੋਂ, ਮਾਲਕ ਪਰਮਾਤਮਾ ਦੇ ਦਰ ਤੋਂ ਇਹ ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ। ਤੇ ਫਿਰ ਸਦ ਸੰਗਤ ਗੁਰੂ ਨੂੰ ਇੱਕ ਦੂਜਾ ਕਿਵੇਂ ਪੜ੍ਹਾ ਸਕਦਾ ਹੈ? ਗੁਰੂ ਦਾ ਤੇ ਪੜ੍ਹਾਉਣ ਦਾ ਕੰਮ ਹੈ। ਪਾਂਧੇ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਗੁਰੂ ਨੇ। ਹਾਂ, ਬਸ ਫਰਕ ਇੰਨਾ ਹੈ, ਸਾਡੇ ਕੋਲ ਸੰਸਾਰਿਕ ਵਿਦਿਆ ਹੈ, ਸਾਡੇ ਕੋਲ ਸੰਸਾਰਿਕ ਗਿਆਨ ਹੈ, ਗੁਰੂ ਦੇ ਕੋਲੇ ਅਧਿਆਤਮਿਕ ਗਿਆਨ ਹੈ। ਉਹ ਦੁਨੀਆ ਦੇ ਕਿਸੇ ਸਕੂਲ ਦੇ ਵਿੱਚੋਂ ਨਹੀਂ ਮਿਲਦਾ, ਕਿਸੇ ਕਾਲਜ ਦੇ ਵਿੱਚੋਂ ਨਹੀਂ ਮਿਲਦਾ, ਕਿਤੋਂ ਨਹੀਂ ਮਿਲਦਾ। ਮੈਨੂੰ ਖਿਮਾ ਕਰਨਾ, ਦੁਨੀਆ ਦੀ ਹਰ ਇੱਕ ਯੂਨੀਵਰਸਿਟੀ, ਹਰ ਇੱਕ ਇੰਸਟੀਚਿਊਟ, ਜਿੱਥੇ ਮਰਜ਼ੀ ਤੁਸੀਂ ਪੜ੍ਹਦੇ ਹੋਵੋ, ਜਿੱਥੇ ਮਰਜ਼ੀ ਤੁਸੀਂ ਪੜ੍ਹੇ ਹੋਵੋ, ਤੁਹਾਨੂੰ 2 ਗੱਲਾਂ ਸਿਖਾਉਂਦੀਆਂ ਨੇ। ਨੌਕਰੀ ਨੂੰ ਕਿਵੇਂ ਪ੍ਰਾਪਤ ਕਰਨਾ ਹੈ, ਪੈਸਾ ਕਿਵੇਂ ਕਮਾਉਣਾ ਹੈ, ਤੇ ਆਪਣਾ ਘਰ ਪਰਿਵਾਰ ਕਿਵੇਂ ਚਲਾਉਣਾ ਹੈ। ਇਹੀ ਕੁਝ ਜੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਗਿਆਨ ਦੀ ਯੂਨੀਵਰਸਿਟੀ ਖੋਲੀ। ਕਿਹਾ ਭਾਈ ਸਭ ਕੁਝ ਕਰੀ, ਜੇ ਤੇਰੇ ਕੋਲੇ ਭਗਤੀ ਨਹੀਂ ਨਾ ਹੈ, ਇਹ ਮਾਇਆ ਤੇਰੇ ਜੀਵਨ ਨੂੰ ਰੋੜ ਕੇ ਰੱਖ ਦੇਵੇਗੀ। ਇਹ ਦੁਨਿਆਵੀ ਜਿਹੜੇ ਸਕੂਲ ਨੇ, ਕਾਲਜ ਨੇ, ਜਾਂ ਹੋਰ ਕੁਝ ਵੀ ਹੈ, ਇਹ ਸਾਨੂੰ ਸਾਧ ਸੰਗਤ ਜਿਉਣਾ ਸਿਖਾਉਂਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਜਾਂ ਗਿਆਨ ਕਹਿ ਦਵਾਂ, ਇਹ ਸਾਨੂੰ ਸਭ ਤੋਂ ਪਹਿਲਾਂ ਸਿਖਾਉਂਦਾ ਹੀ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਬਿਲਕੁਲ ਉਲਟ ਹੋਵੇਗਾ ਦੁਨੀਆ ਤੋਂ। ਸਤਿਗੁਰੂ ਰਹਿਮਤ ਕਰਨ। ਆਓ, ਇਹ ਪਾਵਨ ਪਵਿੱਤਰ ਬਾਣੀ ਦੀ ਆਰੰਭਤਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਹੋਣ ਲੱਗੀ ਹੈ। ਬਹੁਤ ਬਖਸ਼ਿਸ਼ ਵਾਲੀ ਬਾਣੀ ਹੈ, ਪੱਟੀ ਲਿਖੀ।
ਬਹੁਤ ਵੱਡੀ ਖੇਡ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵਰਤਾਈ। ਸਤਿਗੁਰੂ ਰਹਿਮਤ ਕਰਨ ਆਪਾਂ ਇਹਨਾਂ ਪਾਵਨ ਪਵਿੱਤਰ ਬਚਨਾਂ ਨੂੰ ਸਮਝ ਸਕੀਏ। ਆਰੰਭਤਾ ਤੋਂ ਪਹਿਲਾਂ ਆਪ ਜੀ ਜਿੰਨੇ ਵੀ ਸਰੀਰ ਪਾਤਸ਼ਾਹ ਜੀ ਦੇ ਹਜ਼ੂਰ ਜੁੜੇ ਹੋ, ਘਰਾਂ ਅੰਦਰ ਬੈਠੇ ਹੋ, ਲਵਾਓ ਹਾਜ਼ਰੀ, ਕਰੋ ਰਸਨਾ ਪਵਿੱਤਰ, ਪਿਆਰ ਨਾਲ ਸਾਰੇ ਜਪਣਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਵਨ ਬਚਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ ਜੀ, ਤਰਤੀਬਵਾਰ ਬਾਣੀ ਸਤਿਗੁਰੂ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਦੇ ਕੋਲੋਂ ਲਿਖਵਾਈ। ਕਦੇ ਵੀ ਸ਼ਬਦਾਂ ਦੀ ਬਣਤਰ ਵੇਖੋਗੇ, ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਕੱਲੇ ਸ਼ਲੋਕ ਨੇ, ਗੁਰੂ ਅਮਰਦਾਸ ਸਾਹਿਬ ਜੀ ਦੀ, ਫਿਰ ਗੁਰੂ ਰਾਮਦਾਸ ਸਾਹਿਬ ਜੀ ਦੀ, ਫਿਰ ਗੁਰੂ ਅਰਜਨ ਦੇਵ ਜੀ ਦੀ ਆਪ ਦੀ ਬਾਣੀ। ਬਾਅਦ ਦੇ ਵਿੱਚ ਫਿਰ ਛੰਤ, ਅਸ਼ਟਪਦੀਆਂ, ਭਗਤਾਂ ਦੀ ਬਾਣੀ, ਇਦਾਂ ਤਰਤੀਬਵਾਰ ਸਤਿਗੁਰੂ ਪਾਤਸ਼ਾਹ ਜੀ ਨੇ ਦਰਜ ਕੀਤੀ। ਉਸੇ ਤਰਤੀਬ ਅੰਦਰ ਆਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਇਹ ਬਾਣੀ ਜਿਹੜੀ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਉਹ ਸਤਿਗੁਰੂ ਨੇ ਦਰਜ ਕੀਤੀ ਹੈ। ਸਿਰਲੇਖ ਹੈ ਰਾਗ ਆਸਾ। ਪਾਠ ਕਰਨ ਵਾਲੇ ਵੀ ਥੋੜਾ ਜਿਹਾ ਧਿਆਨ ਦੇਣ। ਕਈ ਵਾਰੀ ਆਪਾਂ ਪੜ ਜਾਂਦੇ ਆ ਰਾਗ ਆਸਾ ਮਹਿਲਾ ਪਹਿਲਾ ਅਲੱਗ ਬੋਲਦੇ ਆ। ਰਾਗ ਦਾ ਸੰਬੰਧ ਸਦ ਸੰਗਤ ਫਿਰ ਉਹ ਜਿਹੜਾ ਸਾਹਮਣੇ ਰਾਗ ਲਿਖਿਆ ਹੋਇਆ ਉਹਦੇ ਨਾਲ ਹੀ ਹੈ। ਰਾਗ ਆਸਾ, ਆਸਾ ਰਾਗ ਹੈ, ਮਹਿਲਾ ਪਹਿਲਾ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਚਨ, ਪੱਟੀ ਲਿਖੀ। ਦੋ ਬਾਣੀਆਂ ਨੇ ਜੀ, ਇਹ ਇੱਕ ਪੱਟੀ ਹੈ ਤੇ ਇੱਕ ਪੱਟੀ ਲਿਖੀ ਹੈ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਵੀ ਪੱਟੀ ਬਾਣੀ ਉਚਾਰਨ ਕੀਤੀ, ਪਰ ਉੱਥੇ ਕਿਤੇ ਵੀ ਲਿਖੀ ਨਹੀਂ ਆਇਆ। ਉੱਥੇ ਕਿਤੇ ਵੀ ਲਿਖੀ ਨਹੀਂ ਆਇਆ। ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਦਰਜ ਕੀਤੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉੱਥੇ ਸਪਸ਼ਟ ਲਿਖਿਆ ਕਿ ਪੱਟੀ ਲਿਖੀ। ਹੁਣ ਲਿਖਣ ਦੇ ਅਰਥ ਇੱਕ ਤੇ ਉਚਾਰਨ ਕੀਤੀ ਹੋਈ ਬਾਣੀ ਹੁੰਦੀ ਹੈ ਜੀ, ਧਿਆਨ ਦੇਣਾ। ਉਚਾਰਨ ਕਰ ਦਿੱਤੀ, ਬਾਅਦ ਦੇ ਵਿੱਚ ਉਹ ਗੁਰਸਿੱਖਾਂ ਨੇ ਲਿਖੀ, ਜਾਂ ਜਿਹੜੇ ਖਜੂਰੀਏ ਸਿੱਖ ਸਨ ਉਹਨਾਂ ਨੇ ਲਿਖੀ, ਜਾਂ ਸਤਿਗੁਰੂ ਨੇ ਪੋਥੀ ਦੇ ਵਿੱਚ ਦਰਜ ਕੀਤੀ। ਇੱਕ ਹੈ ਜੀ ਸਾਹਮਣੇ ਕੋਈ ਬੈਠਾ ਹੈ ਤੇ ਉਹਦੇ ਵੱਲ ਤੱਕ ਕੇ ਜਾਂ ਉਹਨੂੰ ਸਮਝਾਉਣ ਲਈ ਉਹ ਬਾਣੀ ਉਚਾਰਨ ਕੀਤੀ ਗਈ ਹੋਵੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ 7 ਸਾਲ ਦੇ ਹੋਏ, ਤਰਕ ਕਰਨ ਵਾਲਿਆਂ ਨੇ ਤਰਕ ਬਹੁਤ ਕਰਨਾ, ਪਹਿਲਾਂ ਵੀ ਹੁੰਦੇ ਰਹੇ, ਅੱਜ ਵੀ ਬੈਠੇ ਨੇ, ਇਹੋ ਜਿਹੇ ਵੀ ਬੈਠੇ ਨੇ। ਜੇ ਅੱਜ ਕਹਿ ਦਈਏ ਨਾ ਕਿ 5 ਬਾਣੀਆਂ ਪੜ੍ਹਨ ਦੀ ਲੋੜ ਨਹੀਂ, ਬਸ 2 ਪੜ੍ਹ ਦਿਆ ਕਰੋ, 90-95% ਇਹੋ ਜਿਹੇ ਨੇ ਜਿਹੜੇ ਅੱਜ ਹੀ ਛੱਡ ਕੇ ਬਹਿ ਜਾਣਗੇ। ਕਿਉਂ ਚਾਹੁੰਦੇ ਅਸੀਂ ਆ ਨਾ, ਸਤਿਗੁਰੂ ਕਿਰਪਾ ਕਰਨ। ਖੈਰ ਮੈਂ ਨਾ ਜਾਵਾਂ ਉਸ ਪਾਸੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ 7 ਸਾਲ ਦੇ ਹੋਏ, ਕਈਆਂ ਨੇ 5 ਸਾਲ ਵੀ ਲਿਖਿਆ, ਪਰ ਜਿਸ ਹਿਸਾਬ ਦੇ ਨਾਲ ਵਿਦਵਾਨਾਂ ਦਾ ਮਤ ਹੈ 7 ਸਾਲ ਦੇ ਹੋਏ। ਬਾਬਾ ਕਾਲੂ ਜੀ ਨੇ ਅੱਜ ਇੱਕ ਥਾਲ ਦੇ ਵਿੱਚ ਕੁਝ ਮਿੱਠਾ ਪਾਇਆ। ਆ ਹੁਣ ਤੇ ਸਾਧ ਸੰਗਤ ਹੋਰ ਹੀ ਹੋਇਆ ਨਾ, ਉਸ ਵੇਲੇ ਟੀਚਰਾਂ ਦਾ ਸਤਿਕਾਰ ਵੀ ਬਹੁਤ ਸੀਗਾ, ਹੁਣ ਤੇ ਨਹੀਂ। ਸੱਚ ਦੱਸਾਂ ਜੀ, ਅਸੀਂ ਬੈਠੇ ਆ ਕਥਾ ਕਰਦੇ ਆ, ਜਦੋਂ ਅਸੀਂ ਗੁਰਮਤਿ ਕਾਲਜ ਪੜ੍ਹੇ ਆ ਨਾ, ਸਾਨੂੰ ਜਿਵੇਂ ਅੱਜ ਸਾਡੇ ਅਧਿਆਪਕ ਗਿਆਨੀ ਜੀ ਜਦੋਂ ਦੇ ਕੇ ਜਾਂਦੇ ਸੀ ਨਾ ਯਾਦ ਕਰਨ ਨੂੰ ਕਿ ਆਹ ਯਾਦ ਕਰਨਾ ਹੈ ਤੁਸੀਂ, ਅਗਲੇ ਦਿਨ ਜੇ ਯਾਦ ਨਾ ਹੋਵੇ ਨਹੀਂ ਕਹਿੰਦੇ ਸੀ ਕੋਈ ਗੱਲ ਨਹੀਂ। ਅਸੀਂ ਤੇ ਵੇਖਦੇ ਹੁੰਦੇ ਸੀ ਖੜ ਕੇ, ਮੈਂ ਕਹੂੰ ਹੁਣ ਗੇਟ ਤੋਂ ਅੰਦਰ ਹੋਣਗੇ, ਅੱਜ ਸ਼ਾਮਤ ਆਈ ਹੈ। ਏਡਾ ਵੱਡਾ ਡੰਡਾ ਰੱਖਿਆ ਹੁੰਦਾ ਸੀ, ਏਡਾ ਮੋਟਾ, ਸਿੱਧਾ ਹੀ ਖੱਤ ਤੇ ਵੱਜਦਾ ਹੁੰਦਾ ਸੀਗਾ। ਅੱਜ ਤੇ ਖੈਰ ਕੰਮ ਖਤਮ ਹੋਇਆ ਹੈ ਬਿਲਕੁਲ, ਹੁਣ ਤੇ ਹੱਥ ਵੀ ਨਹੀਂ ਨਾ ਲਾ ਸਕਦੇ, ਬਹੁਤ ਕੁਝ ਹੈ। ਖੈਰ ਹੁਣ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਅੱਜ ਪੜ੍ਹਾਉਣ ਲਈ ਲੈ ਕੇ ਗਏ ਨੇ ਤੇ ਥਾਲ ਦੇ ਵਿੱਚ ਮਿੱਠਾ ਪਾਇਆ। ਬਾਬਾ ਕਾਲੂ ਜੀ ਨੇ 5 ਰੁਪਈਏ ਰੱਖੇ ਨੇ ਥਾਲ ਵਿੱਚ। ਬੜਾ ਚਾਹ ਹੁੰਦਾ ਸੀ ਕਿ ਸਾਡਾ ਬੱਚਾ ਸਕੂਲ ਚੱਲਿਆ ਗਿਆ। 5 ਰੁਪਈਏ ਰੱਖੇ, ਥਾਲ ਦੇ ਵਿੱਚ ਮਿੱਠਾ ਪਾਇਆ
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਗੁੱਟ ਫੜਿਆ। ਇਤਿਹਾਸਕਾਰ ਨੇ ਦਿਨ ਵੀ ਐਤਵਾਰ ਦਾ ਲਿਖਿਆ ਹੋਇਆ। ਤੇ ਜੇ ਅੱਜ ਦੀ ਜਨਰੇਸ਼ਨ ਨੂੰ ਪੁੱਛੀਏ ਤੇ ਉਹਨਾਂ ਨੇ ਤੇ ਬਿਲਕੁਲ ਹੀ ਮਨਾ ਕਰ ਦੇਣਾ ਹੈ ਨਾ। ਤੇ ਕਹਿੰਦੇ ਐਤਵਾਰ ਦੀ ਤੇ ਕੀ ਹੁੰਦੀ ਹੈ? ਛੁੱਟੀ ਹੁੰਦੀ ਹੈ। ਐਤਵਾਰ ਦੀ ਛੁੱਟੀ ਹੈ। ਉੱਦਾਂ ਇਹ ਵੀ ਇਹਦੇ ਪਿੱਛੇ ਜੋ ਕੁਝ ਹੈ ਮੈਂ ਮਾੜਾ ਜਿਹਾ ਦੱਸ ਦੇਣਾ ਆਪ ਜੀ ਨੂੰ। ਜਿਹੜੇ ਕ੍ਰਿਸਚਨ ਵੀਰ ਨੇ ਨਾ, ਈਸਾਈ ਮਤ ਵਾਲੇ, ਉਹ ਮੰਨਦੇ ਨੇ ਕਿ 6 ਦਿਨ ਨਾ ਪਰਮਾਤਮਾ ਨੇ ਦੁਨੀਆ ਬਣਾਈ। 6 ਦਿਨ ਕੀ ਬਣਾਈ ਜੀ? ਦੁਨੀਆ ਬਣਾਈ। ਤੇ ਫਿਰ ਰੱਬ ਦੁਨੀਆ ਬਣਾ ਕੇ ਥੱਕ ਗਿਆ ਤੇ 7ਵੇਂ ਦਿਨ ਰੱਬ ਨੇ ਫਿਰ ਆਰਾਮ ਕੀਤਾ। ਇਹ ਭੁਲੇਖਾ ਪਾਲੀ ਬੈਠੇ ਨੇ। ਕਈ ਵਾਰੀ ਇਹ ਪਰੇਸ਼ਾਨੀ ਸਾਡੇ ਵਾਲੇ ਪਾਸੇ ਵੀ ਆ ਜਾਂਦੀ ਹੈ। 3 ਦਿਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਪਾਠ ਚੱਲਦਾ ਹੈ ਤੇ ਤੀਜੇ ਦਿਨ ਕਈ ਬੈਠੇ ਹੁੰਦੇ ਨੇ, ਹੈ ਉਹ ਸਰੀਰਾਂ ਦੇ ਹੀ ਚੇਲੇ। ਨਹੀਂ ਨਹੀਂ ਜੀ, ਹੁਣ ਦੂਜਾ ਸਰੂਪ ਪ੍ਰਕਾਸ਼ ਕਰੋ ਜੀ। ਪੁੱਛੀਏ ਕਿਉਂ? ਕਹਿੰਦੇ 3 ਦਿਨ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਹੈ, ਗੁਰੂ ਸਾਹਿਬ ਥੱਕ ਗਏ ਹੋਣੇ। ਇੱਥੇ ਸਾਡੇ ਵਿੱਚ ਵੀ ਬੈਠੇ ਨੇ ਕੁਝ। ਇਹ ਕੋਈ ਸਰੀਰ ਨਹੀਂ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ। ਰੱਬ ਥੱਕ ਸਕਦਾ ਹੈ? ਰੱਬ ਥੱਕ ਸਕਦਾ ਹੈ? ਹਾਂ, ਇੰਨਾ ਜ਼ਰੂਰ ਹੈ, ਸੁਖਾਸਨ ਕਰਕੇ ਵਸਤਰ ਬਦਲੇ ਜਾਣ। ਕਿਉਂ? 3 ਦਿਨ ਤੋਂ ਰੁਮਾਲਾ ਨਹੀਂ ਜੇ ਬਦਲ ਹੁੰਦਾ। ਚਲਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਵਿੱਚ ਨਾ ਤੇ ਆਪਾਂ ਰੁਮਾਲਾ ਬਦਲ ਸਕਦੇ ਹਾਂ, ਨਾ ਸਦ ਸੰਗਤ ਕਿਸੇ ਹੋਰ ਜਿਹੜਾ ਥੱਲੇ ਵਾਲਾ ਸੁਖਾਸਨ ਦਾ ਕੱਪੜਾ ਹੈ ਨਾ ਉਹਦੇ ਨਾਲ ਛੇੜਖਾਨੀ ਕਰ ਸਕਦੇ। ਕਿਉਂ? ਜਿਹੜਾ ਸਿੰਘ ਪਾਠ ਕਰ ਰਿਹਾ ਉਹ ਡਿਸਟਰਬ ਹੋ ਜਾਂਦਾ ਹੈ। ਨਿਰੰਤਰ ਪਾਠ ਚੱਲਣਾ ਹੈ ਨਾ। ਤੀਜੇ ਦਿਨ ਸੁਖਾਸਨ ਕਰਕੇ ਰੁਮਾਲੇ ਬਦਲ ਲੈਣਾ, ਦੂਜੇ ਨਵੇਂ ਰੁਮਾਲੇ ਲਾ ਦੇਣਾ, ਇਹ ਤੇ ਗੱਲ ਠੀਕ ਹੈ। ਪਰ ਜੇ ਕੋਈ ਇਹ ਆਖੇ ਕਿ 3 ਦਿਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਰਿਹਾ ਤੇ ਸਤਿਗੁਰੂ ਪਾਤਸ਼ਾਹ ਜੀ 3 ਦਿਨ ਪ੍ਰਕਾਸ਼ ਹੋਣ ਕਰਕੇ ਕੀ ਹੋ ਗਏ? ਥੱਕ ਗਏ ਤੇ ਹੁਣ ਦੂਜਾ ਸਰੂਪ ਲਿਆਓ। ਫਿਰ ਤੇ ਸਤ ਸੰਗਤ ਜਿੱਥੇ ਫਿਰ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ, 100 ਲੜੀਆਂ ਬਾਬੇ ਚਲਾਉਂਦੇ ਨੇ, ਉੱਥੇ ਕੀ ਹੁੰਦਾ ਹੋਵੇਗਾ? ਉਹਨਾਂ ਨੇ ਐਤਵਾਰ ਵਾਲਾ ਦਿਨ ਇਸ ਲਈ ਮਿੱਥ ਲਿਆ। ਇਹ ਈਸਵੀ ਸਨ ਚੱਲਦਾ ਹੈ ਨਾ ਜੀ, ਸਾਡਾ ਤੇ ਹੈ ਹੀ ਨਹੀਂ ਹੈ। ਈਸਵੀ ਚੱਲਿਆ ਈਸਾ ਮਸੀਹ ਤੋਂ, ਬਿਕਰਮੀ ਚੱਲਿਆ ਸੀ ਬਿਕਰਮਾਦਿੱਤਿਆ ਤੋਂ, ਏਦਾਂ ਚੱਲੇ ਨੇ। ਸਾਡਾ ਸੀਗਾ ਨਾਨਕ ਸਾਈ ਸੰਮਤ। ਖੈਰ, ਹੁਣ ਧਿਆਨ ਦੇਣਾ, ਉਹ ਮੰਨਦੇ ਨੇ ਕਿ 6 ਦਿਨ ਰੱਬ ਨੇ ਦੁਨੀਆ ਬਣਾਈ ਤੇ 7ਵੇਂ ਦਿਨ ਰੱਬ ਦੁਨੀਆ ਬਣਾ ਕੇ ਕੀ ਹੋ ਗਿਆ ਜੀ? ਥੱਕ ਗਿਆ। ਫਿਰ ਐਤਵਾਰ ਵਾਲੇ ਦਿਨ ਉਹਨੇ ਆਰਾਮ ਕੀਤਾ। ਪਰ ਜੇ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਪੜ੍ਹੋ ਨਾ, ਸਤਿਗੁਰੂ ਕਹਿੰਦੇ ਆਦਿਤ ਕਰੇ ਭਗਤ ਆਰੰਭ। ਸਿੱਖ ਨੂੰ ਪ੍ਰੇਰਣਾ ਦਿੱਤੀ, ਕਹਿੰਦੇ ਜੇ ਤੂੰ ਆਖਦਾ ਹੋਵੇ ਨਾ ਅੱਜ ਐਤਵਾਰ ਹੈ, ਅੱਜ ਤੇ ਛੁੱਟੀ ਵਾਲਾ ਦਿਨ ਹੈ, ਮੈਂ ਆਰਾਮ ਕਰਨਾ ਹੈ, ਮੈਂ ਕੁਝ ਨਹੀਂ ਕਰਨਾ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਜਦੋਂ 7 ਵਾਰ ਬਾਣੀ ਪੜ੍ਹੋਗੇ ਨਾ, ਸਤਿਗੁਰੂ ਕਹਿੰਦੇ ਆਦਿਤ ਕਰੇ ਭਗਤ ਆਰੰਭ। ਅੱਜ ਐਤਵਾਰ ਹੈ, ਐਵੇਂ ਨਾ ਬੈਠ ਚੱਲੀ, ਅੱਜ ਤੋਂ ਤੂੰ ਭਗਤੀ ਦੀ ਆਰੰਭਤਾ ਕਰ ਦੇ, ਅੱਜ ਤੋਂ ਤੂੰ ਨਾਮ ਜਪਣਾ ਸ਼ੁਰੂ ਕਰ ਦੇ। ਇਹ ਨਹੀਂ ਕਿਹਾ ਕਿ ਸੌਂ ਜਾ। ਆਦਿਤ ਕਰੇ ਭਗਤ ਆਰੰਭ। ਆਮ ਤੌਰ ਤੇ ਦੁਨਿਆਵੀ ਵਿਚਾਰੋਗੇ ਨਾ ਜੀ ਤੁਸੀਂ, ਸੋਮਵਾਰ ਤੋਂ ਦਿਨਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ। ਸੋਮ ਮੰਗਲ ਬੁੱਧ ਐਤਵਾਰ ਤੇ ਆ ਕੇ ਮੁੱਕਦੀ ਹੈ। ਇਦਾਂ ਹੀ ਕਰਦੇ ਜੀ ਆਪਾਂ, 7 ਦਿਨ ਇਦਾਂ ਗਿਣ ਲੈਂਦੇ। ਪਰ ਗੁਰਮਤ ਕਹਿੰਦੀ ਹੈ ਆਦਿਤ ਕਰੇ ਭਗਤ ਆਰੰਭ। ਸਤਿਗੁਰੂ ਤੇ ਕਹਿੰਦੇ ਐਤਵਾਰ ਤੋਂ ਹੀ ਤੂੰ ਭਗਤੀ ਆਰੰਭ ਕਰ ਦੇ, ਜੁੜ ਰੱਬ ਦੀ ਭਗਤੀ ਵਿੱਚ। ਖੈਰ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਐਤਵਾਰ ਵਾਲੇ ਦਿਨ ਪਾਂਧੇ ਦੇ ਕੋਲੇ ਬਾਬਾ ਕਾਲੂ ਜੀ ਲੈ ਕੇ ਗਏ ਨੇ। 7 ਸਾਲ ਦੀ ਉਮਰ ਹੈ। ਕਈਆਂ ਨੇ ਤਰਕ ਵੀ ਕੀਤਾ, ਕਹਿੰਦੇ 7 ਸਾਲ ਦੀ ਉਮਰ ਦੇ ਵਿੱਚ ਏਡੀ ਬਖਸ਼ਿਸ਼ ਵਾਲੀ ਬਾਣੀ ਕਿਉਂ? ਇਹਦੇ ਵਿੱਚ ਸਤ ਸੰਗਤ ਸਾਰੇ ਅੱਖਰ ਆਉਣਗੇ, ਐੜਾ ਵੀ ਆਵੇਗਾ, ਈੜੀ ਵੀ ਆਵੇਗੀ, ਫਿਰ ਸਤ ਸੰਗਤ ਟੈਂਕਾ ਵੀ ਆਵੇਗਾ, ਊੜਾ ਵੀ ਆਵੇਗਾ, ਊਂਗਾ ਅੱਖਰ ਘੱਗਾ ਆਵੇਗਾ, ਗੱਗਾ ਆਵੇਗਾ, ਫੱਫਾ ਆਵੇਗਾ, ਬੱਬਾ ਆਵੇਗਾ। ਸਾਰੇ ਅੱਖਰ ਨਾ ਜਿਹੜੇ ਆਪਾਂ ਪੜ੍ਹਦੇ ਆ ਨਾ ਜੀ, ਆਮ ਤੌਰ ਤੇ ਜਦੋਂ ਆਪਾਂ 35 ਪੜ੍ਹਦੇ ਆ ਨਾ, 35 ਅੱਖਰੀ, ਉਹਦੇ ਵਿੱਚ ਆਉਂਦੇ ਨੇ ਨਾ ਸਾਰੇ। ਕੁਝ ਅੱਖਰ ਇਹੋ ਜਿਹੇ ਨੇ ਜਿਨ੍ਹਾਂ ਦੇ ਪੈਰ ਵਿੱਚ ਆਪਾਂ ਜ਼ਜ਼ਾ ਲਾ ਕੇ ਬੋਲਦੇ ਆ, ਗੱਗੇ ਦੇ ਪੈਰ ਦੇ ਵਿੱਚ ਵੀ ਆਪਾਂ ਬਿੰਦੀ ਲਾ ਕੇ ਬੋਲਦੇ ਹਾਂ। ਸਾਰੇ ਇਹ ਉਚਾਰਨ ਕਰਨ ਦਾ ਮਤਲਬ ਇਹ ਸੀਗਾ ਕਿ ਪਾਂਧਾ ਜੀ ਤੁਸੀਂ ਦੁਨੀਆਵੀ ਅੱਖਰਾਂ ਦੇ ਨਾਲ ਇਹ ਤੇ ਸਮਝਾ ਦਿੱਤਾ, ਜਿਹੜਾ ਡੱਡਾ ਹੈ ਉਹਦਾ ਅਰਥ ਹੈ ਡਰ। ਪਰ ਇਕੱਲਾ ਇਹ ਨਾ ਸਮਝਾਓ ਕਿ ਦੁਨੀਆ ਤੋਂ ਡਰ, ਇਹਨਾਂ ਨੂੰ ਅਧਿਆਤਮਿਕ ਪੱਖ ਵੀ ਸਮਝਾ ਦਿਓ ਕਿ ਭਾਈ ਰੱਬ ਤੋਂ ਵੀ ਡਰ। ਤੁਸੀਂ ਇਹ ਤੇ ਪੜ੍ਹਾ ਦੋਗੇ ਨਾ ਇਹਨਾਂ ਨੂੰ
ਬੱਬਾ ਜਿਹੜਾ ਹੈ ਉਹਦੇ ਨਾਲ ਬਟਨ ਕਹਿ ਸਕਦੇ ਹੋ, ਪਰ ਇਹ ਬੱਬੇ ਤੋਂ ਇਹ ਵੀ ਪੜ੍ਹਾਓ ਕਿ ਭਾਈ ਬੱਬਾ ਬੈਰਾਗ, ਰੱਬ ਪ੍ਰਤੀ ਆਪਣੇ ਅੰਦਰ ਪ੍ਰੇਮ ਪੈਦਾ ਕਰ। ਅੱਖਰ ਤੇ ਇਹੀ ਨੇ ਨਾ, ਇਹੀ ਅੱਖਰ ਸਾਧ ਸੰਗਤ ਇੱਕ ਗਾਉਣ ਵਾਲਾ ਵਰਤਦਾ ਹੈ। ਧਿਆਨ ਦੇਣਾ ਜੀ, ਖਾੜਾ ਲਾਉਂਦਾ ਹੈ ਨਾ, ਗਾਉਣ ਵਾਲਾ ਵੀ ਇਹ ਅੱਖਰ ਵਰਤਦਾ ਹੈ। ਸੁਣਨ ਵਾਲਿਆਂ ਦੇ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ। ਇਹੀ ਅੱਖਰਾਂ ਦੀ ਵਰਤੋਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਕੀਤੀ। ਤੇ ਜਦੋਂ ਗੁਰੂ ਸਾਹਿਬਾਨਾਂ ਨੇ ਕੀਤੀ, ਵਿਕਾਰੀ ਮਨ ਵੀ ਜਿਹੜੇ ਨੇ ਨਾ, ਵਾਸ਼ਨਾ ਵਾਲੇ ਜਿਹੜੇ ਮਨ ਵੀ, ਉਹ ਵੀ ਬਦਲ ਕੇ ਸੱਚ ਵਾਲੇ ਪਾਸੇ ਲੱਗ ਗਏ ਨੇ। ਅੱਖਰ ਹਨ ਸਾਡੇ ਕੋਲ, ਪਰ ਆਪਾਂ ਸਮਝਣਾ ਕਿ ਇਹਨਾਂ ਅੱਖਰਾਂ ਦੀ ਵਰਤੋਂ ਕਰੀਏ ਕਿਵੇਂ। ਫਿਰ ਧਿਆਨ ਦੇਣਾ ਜੀ, ਅੱਖਰ ਸਾਡੇ ਕੋਲੇ ਹੈਗੇ। ਉਹੀ ਅੱਖਰ ਹੈ ਨਾ, ਗੱਗੇ ਤੋਂ ਆਪਾਂ ਕਿਸੇ ਨੂੰ ਗਾਲ ਵੀ ਕੱਢ ਸਕਦੇ ਹਾਂ, ਤੇ ਗੱਗੇ ਤੋਂ ਆਪਾਂ ਰੱਬ ਦੇ ਗੁਣ ਵੀ ਗਾ ਸਕਦੇ ਹਾਂ। ਹੁਣ ਇਹ ਅਸੀਂ ਵਿਚਾਰਨਾ, ਗਾਲ ਕੱਢਣੀ ਕਿ ਰੱਬ ਦੇ ਗੁਣ ਗਾਣੇ ਨੇ। ਵਰਤੋਂ ਤੇ ਗੱਲ ਖਲੋਤੀ ਹੈ ਸਾਰੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਲੈ ਕੇ ਗਏ ਬਾਬਾ ਕਾਲੂ ਜੀ, ਬੇਨਤੀ ਕਰਨ ਲੱਗਾ ਸੀ। ਕਈਆਂ ਨੇ ਸਵਾਲ ਕੀਤਾ, ਇਹ ਤੇ ਜੀ 7 ਸਾਲ ਦੀ ਉਮਰ ਸੀਗੀ, ਇਹ ਉਮਰ ਦੇ ਵਿੱਚ ਏਡੀ ਗੂੜ ਬਾਣੀ ਕਿਵੇਂ ਉਚਾਰਨ ਹੋ ਸਕਦੀ ਹੈ? ਅਸਲ ਦੇ ਵਿੱਚ ਉਹ ਸਿਰਫ 7 ਸਾਲ ਵੇਖ ਰਹੇ ਨੇ, ਉਹ ਇਹ ਨਹੀਂ ਵੇਖਦੇ ਪਏ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਉਹ ਤੇ ਅਕਾਲ ਦਾ ਰੂਪ ਨੇ। ਰੱਬ ਹੈ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪੜੋਗੇ ਨੇ, ਜਨ ਨਾਨਕ ਭਗਤ ਦਰ ਤੁਲ, ਬ੍ਰਹਮ ਸੰਸਰ ਏਕ ਜੀ ਕਿਆ ਵਖਾਨੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਹੜਾ ਤੁਹਾਡੇ ਦਰ ਤੇ ਵੀ ਝੁਕ ਜਾਵੇ, ਉਹ ਵੀ ਰੱਬ ਦੇ ਬਰਾਬਰ ਹੋ ਜਾਂਦਾ ਹੈ। ਤੁਸੀਂ ਤੇ ਆਪ ਰੱਬ ਹੋ। ਹੁਣ ਰੱਬ ਨੂੰ ਜੇ ਕਹੀਏ ਨਾ ਕਿ ਜੀ 7 ਸਾਲ ਦੀ ਉਮਰ, ਨਹੀਂ। ਇੱਕ ਹੋਰ ਜਿਹੜਾ ਰੂਹਾਨੀਅਤ ਵਾਲਾ ਵਿਸ਼ਾ ਹੈ ਨਾ, ਰੂਹਾਨੀਅਤ ਵਾਲਾ, ਇਹਦੇ ਵਿੱਚ ਉਮਰਾਂ ਦਾ ਤਕਾਜ਼ਾ ਨਹੀਂ ਹੈ। ਜੇ ਤੁਸੀਂ ਆਖੋਗੇ ਨਾ, ਕਈ ਵਾਰੀ ਸਾਧ ਸੰਗਤ 40 ਸਾਲ ਹੋ ਜਾਂਦੇ ਨੇ, 20 ਸਾਲ ਪਿਓ ਨੂੰ ਗੁਰੂ ਘਰੇ ਆਉਂਦੇ ਆਉਂਦੇ ਪਿਓ ਅੰਦਰੋਂ ਖਾਲੀ ਠੁੱਠਾ ਭਾਂਡਾ ਰਹਿ ਜਾਂਦਾ ਹੈ, ਪੁੱਤ ਨੂੰ ਹਲੇ ਆਉਂਦੇ ਨੂੰ 5 ਸਾਲ ਹੋ ਜਾਂਦੇ ਨੇ, ਬਹੁਤ ਕੁਝ ਖੱਟ ਲੈ ਜਾਂਦਾ ਹੈ। ਰੂਹਾਨੀਅਤ ਦਾ ਜਿਹੜਾ ਵਿਸ਼ਾ ਹੈ ਨਾ ਜੀ, ਉਹ ਸਾਧ ਸੰਗਤ ਉਮਰਾਂ ਤੇ ਨਹੀਂ ਹੈ। ਇੱਥੇ ਤੇ 12 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਨੇ ਬਹੁਤ ਕੁਝ ਲੈ ਲਿਆ ਸੀਗਾ, ਬਹੁਤ ਕੁਝ। ਗੱਲ ਇਹ ਨਾ ਸਮਝੀ ਆਪਾਂ ਕਿ ਉਮਰ ਨਹੀਂ ਜੀ। ਭਾਂਡਾ ਨਹੀਂ ਵੇਖਣਾ, ਭਾਂਡੇ ਦੇ ਵਿੱਚ ਪਈ ਹੋਈ ਵਸਤ ਵੇਖਣੀ ਹੈ। ਭਾਂਡੇ ਦਾ ਮੁੱਲ ਨਹੀਂ, ਜਿਹੜੀ ਵਿੱਚ ਚੀਜ਼ ਪਈ ਹੈ ਨਾ, ਮੁੱਲ ਤੇ ਉਹਦਾ ਹੈ। ਤੁਸੀਂ ਆਮ ਵੇਖਿਆ ਹੋਣਾ, ਸੁਨਿਆਰੇ ਦੇ ਕੋਲੇ ਜਾਓ ਨਾ ਜੀ, ਜਦੋਂ ਉਹ ਤੁਹਾਨੂੰ ਛਾਪਾਂ ਦਿਖਾਉਂਦਾ ਹੈ ਨਾ, ਲੱਕੜ ਜਿਹਦਾ ਇੱਕ ਡੱਬਾ ਹੀ ਹੁੰਦਾ, ਉਹਦਾ ਮੁੱਲ ਕੋਈ ਨਹੀਂ ਹੈ। ਪੁੱਛੀ ਜੀ ਇਹ ਕਿੰਨੇ ਦਾ ਹੋਗਾ, ਕਹੇਗਾ ਜੀ ਤੇ 20-50 ਰੁਪਏ ਦਾ ਹੈ, ਪਰ ਵਿੱਚ ਜਿਹੜੀਆਂ ਸੋਨੇ ਦੀਆਂ ਛਾਪਾਂ ਰੱਖੀਆਂ ਨੇ ਉਹ ਲੱਖਾਂ ਰੁਪਈਆਂ ਦੀਆਂ ਨੇ। ਹੁਣ ਡੱਬੇ ਦਾ ਨਹੀਂ ਨਾ ਮੁੱਲ, ਮੁੱਲ ਤੇ ਜਿਹੜੀ ਵਿੱਚ ਚੀਜ਼ ਪਈ ਹੈ ਉਹਦਾ ਹੈ। ਨਾਲੇ ਦੂਜੀ ਗੱਲ, ਜੇ ਕੋਈ ਇਹ ਆਖਦਾ ਹੈ ਨਾ, ਇਹ ਬਾਣੀ ਆਰੰਭ ਕਰਨ ਲੱਗੇ ਤਾਂ ਸਾਰੇ ਆਪਾਂ ਭੁਲੇਖੇ ਜੇ ਥੋੜੇ ਜਿਹੇ ਕੱਢ ਲਈਏ। ਆਖਦੇ ਜੀ 7 ਸਾਲ ਦੀ ਉਮਰ ਦੇ ਵਿੱਚ ਐਡੀ ਗੂੜ ਬਾਣੀ। ਵੇਖੋ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵੀ ਦਰਜ ਕੀਤੀ, ਇਹਦੇ ਤੋਂ ਅੱਗੇ ਆ ਜਾਣੀ ਹੈ ਉਹ ਬਾਣੀ ਨਾ, ਰਾਗ ਆਸਾ ਮਹੱਲਾ ਤੀਜਾ, ਉੱਥੇ ਕੱਲਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਿਖਿਆ ਪੱਟੀ, ਤੇ ਇੱਥੇ ਜਦ ਇਹ ਬਾਣੀ ਲਿਖੀ ਤੇ ਇਹਦੇ ਲਈ ਲਿਖਿਆ ਪੱਟੀ ਲਿਖੀ। ਇੱਥੋਂ ਬਿਲਕੁਲ ਸਪਸ਼ਟ ਹੋ ਰਿਹਾ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪ ਲਿਖੀ ਹੈ। ਇਹ ਸਤਿਗੁਰੂ ਨੇ ਆਪ ਉਚਾਰਨ ਕੀਤੀ। ਪਾਂਧੇ ਦੇ ਕੋਲੇ ਗਏ, ਪਾਂਧੇ ਦਾ ਨਾਂ ਇਤਿਹਾਸ ਵਿੱਚ ਆਇਆ ਸਦ ਸੰਗਤ ਗੋਪਾਲ ਪਾਂਧਾ, ਜਿਸ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਬ੍ਰਿਜ ਭਾਸ਼ਾ ਪੜ੍ਹਾਈ, ਜਿਸ ਨੂੰ ਆਪਾਂ ਹਿੰਦੀ ਦੇ ਨੇੜੇ ਤੇੜੇ ਕਹਿ ਸਕਦੇ ਹਾਂ। ਸੰਸਕ੍ਰਿਤ ਪੜ੍ਹਾਉਣ ਵਾਲਾ ਅਲੱਗ ਸੀਗਾ, ਫਾਰਸੀ ਪੜ੍ਹਾਉਣ ਵਾਲਾ ਮੌਲਵੀ ਅਲੱਗ ਸੀਗਾ। ਜਦੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲੇ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਾਂਧੇ ਦੇ ਕੋਲੇ ਲੈ ਕੇ ਗਏ ਬਾਬਾ ਕਾਲੂ ਜੀ, ਮਿੱਠਾ ਦਿੱਤਾ। ਪਹਿਲੀ ਗੱਲ ਤੇ ਪਟਵਾਰੀ ਸੀਗੇ ਨਾ, ਵੇਖ ਕੇ ਖਲੋ ਗਏ, ਪਾਂਧਾ ਜੀ ਆਓ ਜੀ। ਬਸ ਇਦਾਂ ਸਮਝ ਲਓ ਸਾਧ ਸੰਗਤ ਮੁੱਖ ਮੰਤਰੀ ਵਾਲੀ ਪਦਵੀ ਹੁੰਦੀ ਸੀ, ਰਾਜੇ ਤੋਂ ਬਾਅਦ ਅੱਗੇ ਹੁੰਦੇ ਸੀਗੇ। ਹਾਂਜੀ, ਕਹਿੰਦੇ ਆ ਮੇਰਾ ਪੁੱਤਰ ਹੈ ਨਾਨਕ, ਤੁਸੀਂ ਇਹਨੂੰ ਪੜ੍ਹਾਉਣਾ ਹੈ। ਠੀਕ ਹੈ ਪਾਂਧਾ ਜੀ, ਸਮਝ ਗਏ ਜੀ, ਮੇਰਾ ਪੁੱਤਰ ਨਾਨਕ ਹੈ, ਤੁਸੀਂ ਇਹਨੂੰ ਪੜ੍ਹਾਉਣਾ ਹੈ। ਇਹ ਤੁਹਾਡੇ ਲਈ ਮਿੱਠਾ ਹੈ, ਤੇ ਆਹ 5 ਰੁਪਏ ਨੇ,
ਜਿਹੜੇ ਤੁਹਾਨੂੰ ਮੈਂ ਭੇਟਾ ਵਜੋਂ ਦੇ ਰਿਹਾ, ਸਤਿਕਾਰ ਵਜੋਂ। ਪਾਂਧਾ ਬਹੁਤ ਖੁਸ਼ ਹੋਇਆ। ਕਈ ਵਿਦਵਾਨ ਸੱਜਣਾ ਨੇ ਤੇ ਲਿਖਿਆ ਹੈ, ਕਹਿੰਦੇ ਜਦੋਂ ਉਹ ਮਿੱਠਾ ਫੜਾ ਰਹੇ ਸੀ ਨਾ, ਉਹਦੇ ਵਿੱਚੋਂ ਕੁਝ ਮਿੱਠਾ ਹੇਠਾਂ ਡਿੱਗਿਆ। ਜਦੋਂ ਹੇਠਾਂ ਡਿੱਗਿਆ ਤੇ ਕੁਝ ਬੱਚਿਆਂ ਨੇ ਉਹ ਚੁੱਕ ਕੇ ਖਾਧਾ ਵੀ ਹੈ। ਇੱਕ ਵਿਦਵਾਨ ਸੱਜਣ ਲਿਖਦਾ ਹੈ, ਕਹਿੰਦੇ ਜਿਵੇਂ ਇਹ ਬੱਚੇ ਇਹ ਮਿੱਠਾ ਚੁੱਕ ਚੁੱਕ ਕੇ ਛਕਦੇ ਪਏ ਨੇ ਨਾ, ਚੱਟਦੇ ਪਏ ਨੇ, ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਹਰ ਪਾਸੇ ਭਗਤੀ ਦਾ ਮਿੱਠਾ ਖਿਲਾਰ ਦੇਣਾ ਤੇ ਸਾਰੀ ਦੁਨੀਆ ਉਹਨੂੰ ਚੱਖੇਗੀ। ਇਹ ਵਿਦਵਾਨ ਸੱਜਣਾ ਦੇ ਬੋਲ ਨੇ। ਬਾਬਾ ਜੀ ਤੇ ਦੇਖ ਕੇ ਚਲੇ ਗਏ, ਬਾਬਾ ਕਾਲੂ ਜੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅੱਜ ਪਹਿਲੇ ਦਿਨ ਕਲਾਸ ਵਿੱਚ ਨੇ ਤੇ ਵੇਖੋ ਸਾਧ ਸੰਗਤ ਦੁਨੀਆ ਨੂੰ ਪੜ੍ਹਾਉਣ ਵਾਲੇ ਅੱਜ ਆਪ ਕਲਾਸ ਵਿੱਚ ਬੈਠੇ ਨੇ। ਪਾਂਧਾ ਜੀ ਨੇ ਫੱਟੀ ਕਢਾ ਲਈ, ਲਿਖੋ ਜੀ ਇਹਦੇ ਉੱਤੇ ਲਿਖਾਇਆ ਸਾਧ ਸੰਗਤ ਹਿਸਾਬ ਕਿਤਾਬ 1 2 ਵੀ ਲਿਖਾਇਆ ਜਿਵੇਂ ਵਿਦਵਾਨ ਸੱਜਣ ਕਹਿੰਦੇ ਨੇ। ਫਿਰ ਸਾਧ ਸੰਗਤ ਆ ਊੜਾ ਐੜਾ ਜਾਂ ਐ ਆ ਈ ਇਹ ਲਿਖਾਏ ਨੇ। ਇੱਕ ਦਿਨ ਪੜ੍ਹਿਆ, ਸ਼ਾਮ ਨੂੰ ਗਏ ਘਰੇ, ਮਾਤਾ ਤ੍ਰਿਪਤਾ ਜੀ ਨੇ ਗੋਦ ਵਿੱਚ ਲਿਆ, ਨਾਨਕ ਕੀ ਪੜ੍ਹਿਆ? ਮਾਤਾ ਨੂੰ ਸਭ ਕੁਝ ਦੱਸਿਆ। ਦੂਜੇ ਦਿਨ ਵੀ, ਅੱਜ ਤੀਜਾ ਦਿਨ ਹੈ ਜਦੋਂ ਇਹ ਬਾਣੀ ਉਚਾਰਨ ਹੋਈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਫੱਟੀ ਲੈ ਕੇ ਬੈਠੇ ਨੇ। ਪਾਂਧਾ ਜੀ ਨੂੰ ਪੁੱਛਦੇ, ਕਹਿੰਦੇ ਪਾਂਧਾ ਜੀ ਇੱਕ ਗੱਲ ਦੱਸੋਗੇ? ਦੱਸ, ਕੀ ਕਹਿੰਦਾ ਨਾਨਕ? ਕਹਿੰਦੇ ਆ ਜਿਹੜਾ ਕੁਝ ਤੁਸੀਂ ਇਸ ਫੱਟੀ ਤੇ ਲਿਖਾ ਰਹੇ ਹੋ ਨਾ, ਇਹ ਕਿੰਨੀ ਦੇਰ ਲਿਖਿਆ ਰਹੂਗਾ? ਇਹ ਕਿੰਨੀ ਦੇਰ ਲਿਖਿਆ ਰਹੂਗਾ? ਅਗੋ ਪਾਂਧਾ ਕਹਿੰਦਾ ਹੈ, ਕਹਿੰਦੇ ਹੁਣ ਲਿਖਿਆ, ਸ਼ਾਮ ਤੱਕ ਬੱਚਿਆਂ ਨੇ ਇਹ ਮਿਟੇ ਦੇਣਾ ਹੈ, ਢਾ ਦੇਣਾ, ਨਹੀਂ ਤੇ ਕੱਲ ਨੂੰ ਢਾ ਦੇਣਾ ਹੈ। ਕਹਿੰਦੇ ਪਾਂਧਾ ਜੀ ਕੁਝ ਇਹੋ ਜਿਹਾ ਤੁਹਾਨੂੰ ਲਿਖਣਾ ਆਉਂਦਾ ਹੈ ਜਾਂ ਲਿਖਾਣਾ ਆਉਂਦਾ ਹੈ? ਕਹਿੰਦੇ ਕਿਸਦਾ ਦਾ? ਕਹਿੰਦਾ ਜਿਹੜਾ ਹਿਰਦੇ ਦੀ ਫੱਟੀ ਦੇ ਉੱਤੇ ਲਿਖਿਆ ਜਾਵੇ ਤੇ ਜਿਸ ਨੂੰ ਚਿਖਾ ਦੀਆਂ ਲੱਕੜਾਂ ਵੀ ਨਾ ਸਾੜ ਸਕਣ। ਪਾਂਧੇ ਦੇ ਸਾਧ ਸੰਗਤ ਹੋਸ਼ ਉੱਡ ਗਏ ਅੱਜ। ਕਹਿੰਦਾ ਇਹ ਇਹੋ ਜਿਹੀ ਕਿਹੜੀ ਲਿਖਾਈ ਹੈ? ਨਾਲੇ ਕਹਿੰਦੇ ਪਾਂਧਾ ਜੀ ਆ ਜਿਹੜਾ ਤੁਸੀਂ ਇੰਨੇ ਦਿਨ ਤੋਂ ਮੈਨੂੰ ਅੱਜ ਕਹਿੰਦੇ ਨਾ ਸੁਣਾ, ਜਿਹੜਾ ਆ ਤੁਸੀਂ ਮੈਨੂੰ ਸਿਖਾਇਆ ਹੈ ਨਾ, ਇਹ ਕਿਸ ਕੰਮ ਆਵੇਗਾ? ਕਹਿੰਦੇ ਨਾਨਕ ਤੈਨੂੰ ਨਹੀਂ ਪਤਾ? ਕਹਿੰਦੇ ਨਹੀਂ, ਤੁਸੀਂ ਦੱਸ ਦਿਓ। ਕਹਿੰਦੇ ਇਹ ਜੋ ਕੁਝ ਮੈਂ ਤੈਨੂੰ ਪੜ੍ਹਾਇਆ ਹੈ ਨਾ, ਤੇਰੇ ਪਿਤਾ ਜੀ ਪਟਵਾਰੀ ਨੇ, ਤੇਰੇ ਪਿਤਾ ਜੀ ਨੂੰ ਜਾ ਕੇ ਪੁੱਛ ਇਹਦਾ ਕੀ ਮੁੱਲ ਹੈ। ਕਹਿੰਦੇ ਜੀ ਕੀ ਮੁੱਲ ਹੈ? ਕਹਿੰਦੇ ਤੈਨੂੰ ਹਿਸਾਬ ਕਿਤਾਬ ਕਰਨਾ ਆ ਚੁੱਕਾ, ਕਿ ਕਿੰਨੇ ਪੈਸੇ ਕਿਹਨੂੰ ਦਿੱਤੇ, ਜੋੜ ਘਟਾ ਤੇਰੇ ਪਿਤਾ ਜੀ ਜ਼ਮੀਨਾਂ ਦਾ ਰੱਖਦੇ ਨੇ, ਰਾਜੇ ਦੇ ਤੇਰੇ ਪਿਤਾ ਜੀ ਪਟਵਾਰੀ ਨੇ, ਅੱਗੇ ਉਹਨਾਂ ਦਾ ਜਿਹੜਾ ਕੋਸ਼ ਹੈ, ਖਜ਼ਾਨੇ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਹੈ, ਉਹ ਸਭ ਕੁਝ ਤੈਨੂੰ ਕਰਨਾ ਆ ਜਾਏਗਾ। ਕਈ ਤੇ ਇਤਿਹਾਸਕਾਰ ਕਹਿੰਦੇ 1 ਦੀ ਗਿਣਤੀ ਜਾਂ 1 ਦਾ ਪਹਾੜਾ ਜਾਂ 2 ਦਾ ਪਹਾੜਾ, ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਨੂੰ 2.5 ਦਾ 3.5 ਦਾ ਪਹਾੜਾ ਵੀ ਸਿਖਾਇਆ ਹੈ। ਸਤਿਗੁਰੂ ਕਹਿੰਦੇ ਇਹਦੇ ਨਾਲ, ਉਹ ਕਹਿੰਦੇ ਜੀ ਇਹਦੇ ਨਾਲ ਤੁਹਾਨੂੰ ਹਿਸਾਬ ਕਿਤਾਬ ਜੋੜਨਾ ਆ ਜਾਏਗਾ, ਮਹੀਨੇ ਵਿੱਚ ਕੀ ਕਮਾਇਆ ਤੇ ਕੀ ਗਵਾਇਆ। ਸਤਿਗੁਰੂ ਫੇਰ ਅਗਲਾ ਸਵਾਲ ਦਾਗ ਦਿੰਦੇ ਨੇ, ਕਹਿੰਦੇ ਪਾਂਧਾ ਜੀ ਕੁਝ ਇਹੋ ਜਿਹਾ ਵੀ ਹੈ, ਕੋਈ ਇਹੋ ਜਿਹੀ ਵੀ ਪੜ੍ਹਾਈ ਹੈ ਕਿੱਦਾਂ ਦੀ ਨਾਨਕ, ਜਿਹੜੀ ਇਹ ਦੱਸ ਸਕੇ ਕਿ ਆਤਮਿਕ ਤੌਰ ਤੇ ਕੀ ਕਮਾਇਆ ਤੇ ਕੀ ਗਵਾਇਆ। ਪਾਂਧਾ ਫੇਰ ਸਤ ਸੰਗਤ ਹੈਰਾਨ ਹੋ ਗਿਆ, ਹੱਥ ਜੋੜਦਾ ਹੈ। ਅੱਜ ਉਹਨੂੰ ਵੀ ਮਹਿਸੂਸ ਹੋ ਗਿਆ, ਮੈਂ ਅੱਜ ਤੱਕ ਬਹੁਤ ਪੜ੍ਹਾਏ ਨੇ, ਅੱਜ ਪਹਿਲੀ ਵਾਰੀ ਮੈਨੂੰ ਕੋਈ ਪੜ੍ਹਾਉਣ ਵਾਲਾ ਆਇਆ। ਬਹਿ ਗਿਆ ਪਾਂਧਾ। ਇਤਿਹਾਸਕਾਰਾਂ ਨੇ ਇੱਕ ਸ਼ਬਦ ਵੀ ਲਿਖਿਆ ਹੈ ਇਤਿਹਾਸਿਕ ਪੱਖ ਵਾਲਾ ਸ਼ਬਦ, ਜਦੋਂ ਸਤਿਗੁਰੂ ਨੇ ਕਿਹਾ ਜਾਲ ਮੋਹ ਘਸ ਮਸ ਕਰ। ਸਭ ਤੋਂ ਪਹਿਲਾਂ ਨਾ ਕਹਿੰਦੇ ਪਾਂਧਾ ਜੀ ਆ ਲਿਖਣ ਲਈ ਕੀ ਵਰਤਦੇ ਹੋ? ਇਹ ਜਿਹੜਾ ਇਹਦੇ ਉੱਤੇ ਲਿਖਦੇ ਹੋ ਨਾ, ਕਹਿੰਦੇ ਸਿਆਹੀ ਵਰਤਦੀ ਹੈ। ਕਹਿੰਦੇ ਸਭ ਤੋਂ ਪਹਿਲਾਂ ਇਦਾਂ ਕਰੋ, ਜਾਲ ਮੋਹ, ਆਪਣੇ ਮੋਹ ਨੂੰ ਸਾੜੋ, ਘਸ ਮਸ ਕਰ, ਮੋਹ ਨੂੰ ਖਤਮ ਕਰਕੇ ਉਹਦੀ ਮਸ ਕਹਿੰਦੇ ਨੇ ਸਿਆਹੀ ਨੂੰ ਉਹ ਬਣਾਓ। ਮਤ ਕਾਗਜ਼ ਕਰ ਸਾਰ, ਆਮ ਕਾਗਜ਼ ਉੱਤੇ ਲਿਖ ਦਿਓ, ਆਪਣੀ ਮਤ ਨੂੰ ਕਾਗਜ਼ ਬਣਾਓ। ਭਾਉ ਕਲਮ ਕਰ, ਆਮ ਤੌਰ ਤੇ ਕਲਮ ਫੜ ਦਿਓ, ਪ੍ਰੇਮ ਦੀ ਕਲਮ ਬਣਾਓ। ਚਿੱਤ ਲਿਖਾਰੀ, ਇੱਕ ਬੰਦਾ ਲਿਖਦਾ ਹੈ ਨਹੀਂ, ਆਪਣੇ ਚਿੱਤ ਨੂੰ ਲਿਖਾਰੀ ਬਣਾਓ। ਇਹ ਸਾਰੀ ਤਿਆਰੀ ਕਰ ਲਓ। ਕਹਿੰਦੇ ਜੀ ਫੇਰ ਗੁਰ ਪੁੱਛ ਲਿਖ ਵਿਚਾਰ, ਹੁਣ ਗੁਰੂ ਨੂੰ ਪੁੱਛ ਕੇ ਲਿਖਣਾ ਹੈ ਕਿ ਮੈਂ ਕੀ ਲਿਖਾਂ। ਅੱਗੇ ਕਹਿੰਦੇ ਲਿਖ ਨਾਮ, ਸਾਲਾਹ ਲਿਖ,
लिख अंत ना पारावार। पांदा जी जे फट्टी उत्ते कुछ लिखाना है ना, लिख नाम, परमात्मा दा नाम लिखो। लिख नाम सालाह लिख, रब दी सिफत सलाह लिखो। लिख अंत ना पारावार, लिख दो इस फट्टी दे उत्ते कि परमात्मा दा अंत कोई पा ही नहीं सकता। बाबा ਇਹ ਲੇਖਾ ਲਿਖ ਜਾਣ। ਕਹਿੰਦੇ ਪਾਂਧਾ ਜੀ ਇਹ ਲਿਖਾਓ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਫਿਰ ਜਦੋਂ ਕਹਿੰਦੇ ਕਰਮਾਂ ਦਾ ਲੇਖਾ ਹੋਵੇਗਾ, ਚੰਗਾ ਲਿਖਿਆ ਹੋਇਆ ਜਿਹੜਾ ਹੈ ਨਾ, ਉਹ ਤੁਹਾਡੀ ਰਾਹਦਾਰੀ ਬਣੂਗਾ, ਚੰਗੀ ਲਿਖਤ ਤੁਹਾਡੀ ਜਾਮਣੀ ਬਣੂਗੀ। ਤੇ ਜਦੋਂ ਕਹਿੰਦੇ ਤੁਸੀਂ ਚੰਗਾ ਕਰਮ ਕਰੋਗੇ, ਫਿਰ ਤੁਹਾਡੇ ਜੀਵਨ ਵਿੱਚ ਕੋਈ ਰੁਕਾਵਟ ਨਹੀਂ ਪਵੇਗੀ। ਪਾਂਧੇ ਦੇ ਹੱਥ ਜੁੜ ਗਏ। ਅੱਜ ਗੁਰੂ ਨਾਨਕ ਪਾਤਸ਼ਾਹ ਜੀ ਕਲਾਸ ਵਿੱਚ ਬੈਠੇ ਨੇ। ਰੋਜ਼ ਪਾਂਧਾ ਪੜਾਉਂਦਾ ਸੀ, ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪੜਾਉਣ ਲੱਗੇ। ਰਾਗ ਆਸਾ ਮਹਿਲਾ ਪਹਿਲਾ, ਪੱਟੀ ਲਿਖੀ। ਪੱਟੀ ਦੇ ਅਰਥ ਫਿਰ ਇੱਕ ਵਾਰੀ ਕਰਨੇ ਨਾ, ਫੱਟੀ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਲਿਖੇ ਨੇ। ਇੱਕ ਓੰਕਾਰ, ਉਹ ਪਰਮਾਤਮਾ ਇੱਕ ਹੈ, ਸਰਵ ਵਿਆਪਕ ਹੈ, ਸਤਿਗੁਰ ਪ੍ਰਸਾਦ। ਗੁਰੂ ਦੀ ਕਿਰਪਾ ਸਦਕਾ ਉਹਦੀ ਸਰਵ ਵਿਆਪਕਤਾ ਬਾਰੇ ਸਮਝਿਆ ਜਾ ਸਕਦਾ ਹੈ। ਸੱਸੇ ਅੱਖਰ ਤੋਂ ਪਾਤਸ਼ਾਹ ਜੀ ਨੇ ਆਰੰਭ ਕੀਤਾ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਕਹਿੰਦੇ ਪਾਂਧਾ ਜੀ ਸਭ ਤੋਂ ਪਹਿਲਾਂ ਸੱਸਾ ਅੱਖਰ ਸਾਨੂੰ ਇੱਕ ਪ੍ਰੇਰਣਾ ਦੇ ਰਿਹਾ। ਹਿੰਦੀ ਵਿੱਚ ਆਪਾਂ ਸਾ ਕਹਿ ਦਿੰਦੇ ਆ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਕਹਿੰਦਾ ਉਹ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ। ਆਪਾਂ ਤੇ ਸੱਸੇ ਅੱਖਰ ਤੋਂ ਸਾਧ ਸੰਗਤ ਹੋਰ ਹੀ ਕੁਝ ਪੜ੍ਹਿਆ ਨਾ ਆਪਣੀ ਭਾਸ਼ਾ ਦੇ ਵਿੱਚ। ਜਦੋਂ ਸਾਨੂੰ ਸਕੂਲਾਂ ਦੇ ਵਿੱਚ ਵੀ ਪੜ੍ਹਾਇਆ ਗਿਆ, ਉੱਦਾਂ ਤੇ ਨਾ ਪਟਿਆਲਾ ਯੂਨੀਵਰਸਿਟੀ, ਜਿਹੜੀ ਪੰਜਾਬੀ ਯੂਨੀਵਰਸਿਟੀ ਆਪਾਂ ਕਹਿੰਦੇ ਆ, ਉੱਥੇ ਦੇ ਇੱਕ ਭਾਈ ਸਾਹਿਬ ਨੇ ਨਾ, ਤੁਸੀਂ ਆਮ ਤੌਰ ਤੇ ਕਈ ਵਾਰੀ ਗੁਰਦੁਆਰਾ ਸਾਹਿਬ ਵਿੱਚ ਜਾਂ ਹੋਰ ਕਿਤੇ ਲਿਖਿਆ ਵੀ ਵੇਖਿਆ ਹੋਣਾ ਨਾ, ਜਿਹੜੀ 35 ਹੈ, ਈੜੀ ਕੀ ਬੋਲਦੀ ਹੈ, ਊੜਾ ਕੀ ਬੋਲਦਾ ਹੈ ਨਾ, ਉਹ ਸਭ ਕੁਝ ਉਹਨਾਂ ਨੇ ਉਹ ਅਧਿਆਤਮਿਕ ਪੱਖ ਤੋਂ ਲਿਖਿਆ ਹੈ। ਪਹਿਲੀ ਗੱਲ ਤੇ ਆਪਾਂ ਇਹਨਾਂ ਤੋਂ ਦੂਰ ਹੀ ਜਾ ਰਹੇ ਨਾ, ਪੰਜਾਬੀ ਤੋਂ ਤਾਂ ਆਪਾਂ ਉੱਤੇ ਹੀ ਹੱਥ ਜੋੜਨ ਲੱਗ ਪਏ ਹਾਂ। ਹੈਰਾਨੀ ਹੁੰਦੀ ਹੈ ਕਈ ਵਾਰੀ। ਅੱਜ ਤੁਹਾਡਾ ਬੱਚਾ ਪੰਜਾਬੀ ਨਹੀਂ ਪੜ੍ਹੇਗਾ, ਕੱਲ ਨੂੰ ਉਹ ਗੁਰਮੁਖੀ ਨਹੀਂ ਪੜ੍ਹ ਸਕੇਗਾ, ਬਾਣੀ ਨਹੀਂ ਪੜ੍ਹ ਸਕੇਗਾ, ਤੇ ਜਿਹੜਾ ਸਾਧ ਸੰਗਤ ਬਾਣੀ ਤੋਂ ਦੂਰ ਗਿਆ, ਸਮਝ ਲੈਣਾ ਉਹ ਬਾਣੇ ਤੋਂ ਦੂਰ ਚੱਲ ਜਾਏਗਾ। ਜਿਹੜਾ ਬਾਣੇ ਤੋਂ ਦੂਰ ਗਿਆ ਉਹ ਗੁਰੂ ਤੋਂ ਦੂਰ ਚੱਲ ਜਾਏਗਾ। ਯਤਨ ਕਰਨਾ ਠੀਕ ਹੈ, ਅੰਗਰੇਜ਼ੀ ਪੜ੍ਹਾਈਏ, ਬਹੁਤ ਚੰਗੀ ਗੱਲ ਹੈ, ਪਰ ਘੱਟੋ ਘੱਟ ਆਪਣੀ ਮਾਂ ਬੋਲੀ ਨੂੰ ਤਾਂ ਨਾ ਛੱਡੀਏ। ਕਿਹਾ ਸੀ ਕਿਸੇ ਨੇ, ਕਹਿੰਦੇ ਜੇ ਊੜਾ ਤੇ ਜੂੜਾ ਦੋਵੇਂ ਭੁੱਲ ਗਏ ਨਾ, ਮਿਟ ਜਾਵਾਂਗੇ। ਖੈਰ, ਸਤਿਗੁਰੂ ਕਹਿੰਦੇ ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ, ਸਭਨਾ ਸਾਹਿਬ ਏਕ ਭਇਆ। ਉਹ ਕਹਿੰਦੇ ਸਾਰਿਆਂ ਦਾ ਮਾਲਕ ਇੱਕੋ ਇੱਕ ਹੈ, ਉਹਦੇ ਤੋਂ ਸਿਵਾ ਕੋਈ ਹੋਰ ਦੂਜਾ ਨਹੀਂ ਹੈ। ਪਾਂਧਾ ਵੀ ਅੱਜ ਹੈਰਾਨ ਹੋ ਗਿਆ। ਕਹਿੰਦੇ ਮੈਂ ਤੇ ਸੱਸੇ ਅੱਖਰ ਦੇ ਨਾਲ ਦੁਨੀਆਵੀ ਗੱਲਾਂ ਹੀ ਪੜ੍ਹਾਉਂਦਾ ਰਿਹਾ, ਅੱਜ ਪਹਿਲੀ ਵਾਰੀ ਆਇਆ ਹੈ ਕੋਈ ਜਿਸ ਨੇ ਮੈਨੂੰ ਸੱਸੇ ਅੱਖਰ ਦੀ ਸਹੀ ਜਿਹੜੀ ਵਿਚਾਰਕ ਹੈ ਨਾ ਉਹ ਦੱਸੀ ਹੈ। ਠੀਕ ਹੈ, ਉਹ ਵੀ ਆਪਾਂ ਪੜ੍ਹ ਲੈਣਾ ਹੈ, ਪਰ ਸੱਸਾ ਅੱਖਰ ਸਾਨੂੰ ਹੋਰ ਕੁਝ ਵੀ ਕਹਿ ਰਿਹਾ ਹੈ। ਫਿਰ ਦੁਬਾਰਾ ਦੁਹਰਾ ਰਿਹਾ, ਖਿਮਾ ਕਰਨਾ, ਰਿਪੀਟ ਹੋ ਰਿਹਾ ਹੈ। ਉਹਨਾਂ ਅੱਖਰਾਂ ਦੀ ਵਰਤੋਂ ਇੱਕ ਗਾਇਕ ਕਰਦਾ ਹੈ, ਸਿੰਗਰ ਕਰਦਾ ਹੈ, ਗਾਣੇ ਗਾਉਂਦਾ ਹੈ। ਉਹਨੂੰ ਸੁਣ ਕੇ ਕਈ ਵਾਰੀ ਤੇ ਸਾਧ ਸੰਗਤ ਸਾਡੀ ਧੀਆਂ ਬੇਟੀਆਂ ਦੇ ਲੱਕ ਮਿਣਦਾ ਹੁੰਦਾ ਹੈ। ਐਂ ਕਹਿੰਦਾ ਨਾ ਜੀ, ਗਾਣੇ ਦੇ ਵਿੱਚ ਬੋਲ ਨੇ, ਸਾਡੀ ਧੀਆਂ ਬੇਟੀਆਂ ਨੂੰ ਕਿੱਥੇ ਸਾਧ ਸੰਗਤ, ਮੈਂ ਨਹੀਂ ਸ਼ਬਦਾਂ ਦੀ ਵਰਤੋਂ ਕਰਨੀ ਚਾਹੁੰਦਾ, ਹੈ ਤੇ ਸ਼ਬਦ ਇਹੀ ਨੇ ਨਾ। ਕਦੇ ਇਹ ਰਾਗ ਜਿਹੜੇ ਨੇ ਨਾ, ਆਸਾ ਕਹਿ ਲਈਏ ਜਾਂ ਤੁਖਾਰੀ ਕਹਿ ਲਈਏ, ਹੋਰ ਰਾਗ, ਇਹ ਸਾਧ ਸੰਗਤ ਕੋਠਿਆਂ ਤੇ ਗਾਏ ਜਾਂਦੇ ਸਨ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਹ ਰਾਗ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਵੱਲ ਸਾਨੂੰ ਪ੍ਰੇਰਿਆ। ਨਹੀਂ ਤੇ ਸਿਰਫ ਇਹ ਭਟਕਣਾ ਦੇ ਵਿੱਚ ਪਾਉਂਦੇ ਸੀਗੇ। ਸਤਿਗੁਰੂ ਨੇ ਸਾਨੂੰ ਅਧਿਆਤਮਿਕ ਪੱਖ ਦੇ ਦਿੱਤਾ, ਤੇ ਜਦੋਂ ਅਧਿਆਤਮ ਵੱਲ ਚੱਲਾਂਗੇ ਤੇ ਸੁਰਤ ਦੇ ਵਿੱਚੋਂ ਮੈਲ ਆਪਣੇ ਆਪ ਉਤਰ ਜੂਗੀ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਕਹਿੰਦੇ ਸਾਰਿਆਂ ਦਾ ਮਾਲਕ ਇੱਕ ਹੈ। ਪਾਂਧੇ ਨੂੰ ਅੱਜ ਸਮਝ ਆਈ ਹੈ। ਸੇਵਤ ਰਹੇ ਚਿਤ ਜਿਨ ਕਾ ਲਾਗਾ। ਹਾਂ, ਜਿਨ੍ਹਾਂ ਨੇ ਕਹਿੰਦੇ ਇਹ ਗੱਲ ਕਬੂਲ ਲਈ ਨਾ ਕਿ ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ। ਕਹਿੰਦੇ ਫੇਰ
ਉਹਨਾਂ ਦਾ ਚਿੱਤ परमात्मा की याद विच जुड़ जाता है तो हमेशा उसकी याद विच जुड़े रहते हैं। हुण पता चल जाए ना जी, तुसी किसी फैक्ट्री विच काम करते होवो जां किसी होर वड्डे दफ्तर विच, तुहानूं पता चल जाए इक्को एक बंदा है जिहदे हत्थ विच सब कुछ है। ध्यान देना, जमीनी जी उदाहरण है, सौखी समझ आ जूगी तां दे रहे हैं। पता चल जाए कि एक बंदा है, वो कह दवे ते यस, वो कह दवे ते नो, भाव कि सब कुछ उहदे यस अते नो ते खलोता है। फिर सज्जे खब्बे 7 8 10 बंदे जो कुछ मर्जी कही जाण, तुसी उन्हां दी परवाह नहीं करोगे। क्यों? तुसी चाहोगे कि तुहाडी जिहड़ी मिल वरतन है, तुहाडी जिहड़ी नेड़ता ना, वो एक बंदे दे नाल बन जावे। क्यों ओहदे नाल बन गई? जे उन्हें कह दिता ते यस, उन्हें कह दिता ते नो, कोई दूजा तीजा कुछ कर ही नहीं सकता। सतगुरु कहते इसे तरह जिन्होंने ये समझ आ जाती है ना, करण कारण प्रभ एक है, दूसर ना ही कोई, नानक तिस बलिहार ने जल थल मैयल सोए। जिन्होंने समझ आ जाती है मारे रख है एको, आप मानुक के किछ ना ही खात, तिसका हुक्म बूझ सुख होए, वो फिर ओदे हुक्म विच चलना शुरू कर देंगे। परेशानी तो यही है, साड़ी सुरत की भटकना का कारण यही है। इत्थे ते सद संगत एक की पता नहीं किन्ने कु मनी बैठे हैं, एक नहीं, डर अंदर सताउंदा है। क्यों नहीं उन्होंने महान गुरु के सिखां नूं डर ने सताया? कारण एक सी, उन्होंने एक नूं ही सब कुछ मान लिया सी। उन्होंने पता चल चुकिया सीगा कि मेरे घर जियो सब को तेरे वस। उन्होंने पता चल चुकिया सीगा कि जाका मीत साजन है समिया, तिस जनको को का की कमियां, जाकी प्रीत गोबिंद स्यों लागी, दुख दर्द भ्रम ताका भागी गया, खत्म हो गया। सस्से सोए सृष्ट जिन साजी, कहते इस सारी सृष्टि नूं बनाउण वाला एक है। पहली गल ते कहते ये पक्की कर लेना, सस्सा अखर ए कह रहा है, होर कोई इस दुनिया नूं अलग तो बनाउण वाला नहीं है। वेखो ना बाणी पढ़ो, सतगुरु कहते साचे ते पवना भया, पवने ते जल होए, जल ते त्रिभुवन साजिया घट घट जोत समोए। सच्चे परमात्मा ने ही सब कुछ बनाया है। सेवत रहे चित जिनका लागा, जेड़े उहदे सिमरन विच जुड़े रहे उन्हां दा चित फिर मालक परमात्मा दी याद विच जुड़ गया। ते अगे पता की कहंदे ने, आया तिनका सफल पया, उन्हां दा आया इस दुनिया दे विच सफला हो गया। कईयां नूं इह भुलेखा पै जांदा है जी, आपां आए जी दुनिया विच ते की कीता, अपने बच्चे चंगी तरह पढ़ाए, नौकरियां लग गए, वो अपनी थां ते सारे सैटल हो गए, आपां भी नौकरी कीती, पेंशन लैने आ, लो जी साडा आया सफला हो गया। खिमा करना जी, पता बाणी की कहती है? सतगुरु कहते आया तिनका सफल भया है, एक मन जिनी ते आया। उन्हां दा आया इस दुनिया विच सफला है, एक मन जिनी ते आया। इहदा मतलब मन दो भी ने। जे सतगुरु कह रहे ने ना एक मन जिनी ते आया, वो दो मन केड़े ने? दो मन का अर्थ यह हुंदा है, आ थोड़ा जा धर्म वाले पासे नूं भी हो जाओ, थोड़ा जा दुनिया का भी ख्याल रखिए, रिश्तेदारां नूं भी खुश रखिए, तो फिर कहिए जी आ जो कुछ गुरु साहब कहते हैं ये थोड़ा जा मान लीए, रिश्तेदारां दी ज़्यादा मान लीए। दाता जी कहते फिर आया सफला नहीं होगा। सतगुरु होर किन्हां दा आया सफला है? सतगुरु अगे होर समझाउंदे ने। पढ़ना जी बाणी नूं, सहज पाठ करते रहा करो जिहड़े कर सकते हैं। सतगुरु बाणी विच फिर कहते ने, आया सफल ताहू को गनीए, आया सफल ताहू को गनीए। ओदा आया होया इस धरती दे उत्ते सफला गिणो किदा जी? जास रसन हर हर जस भन्नी है, जिहड़ा अपनी रसना तो परमात्मा की वडियाई करता है, ओदा आया सफला है। नहीं तो इत्थों तक भी वचन कह दिते, तुसी सुन के हैरान होगे। सतगुरु कहते एक खिन तिस बिन जीवना बिरथा जन्म जना। ओदी याद तो बिना जे कोई एक पल लई भी जिउंदा है ना, बिरथा जन्म जना, ओदा ते कहंदे इहदे दुनिया दे विच जन्म लैना ही बेकार है, ओदा जन्म लेना ही बेकार है।
ਹੁਣ ਆਪਣੇ ਮਨੋਂ ਆਪਾਂ ਕਹਿੰਦੇ ਰਹੀਏ ਜੀ ਆਪਾਂ ਤੇ ਬਿਲਕੁਲ ਠੀਕ ਹਾਂ, ਆਪਾਂ ਜੋ ਕੁਝ ਕਰਦੇ ਹਾਂ ਠੀਕ ਹੈ। ਸਤਿਗੁਰੂ ਨੇ ਅੱਜ ਕਹਿ ਦਿੱਤਾ, ਸੇਵਤ ਰਹੇ ਚਿਤ ਜਿਨ ਕਾ ਲਾਗਾ। ਜਿਨ੍ਹਾਂ ਨੇ ਸਿਮਰਨ ਕੀਤਾ, ਜਿਨ੍ਹਾਂ ਦਾ ਚਿੱਤ ਜੁੜ ਗਿਆ, ਆਇਆ ਤਿਨ ਕਾ ਸਫਲ ਭਇਆ। ਉਹਨਾਂ ਦਾ ਆਇਆ ਇਸ ਦੁਨੀਆ ਦੇ ਵਿੱਚ ਸਫਲਾ ਹੋਵੇਗਾ। ਨਹੀਂ ਤੇ ਕੋਈ ਕਹਿੰਦੇ ਆਪਣੀ ਮਰਜ਼ੀ ਨਾਲ ਜੋ ਕੁਝ, ਹੁਣ ਕਿਸੇ ਨੇ ਬੱਚੇ ਪੜ੍ਹਾ ਦਿੱਤੇ, ਕੋਈ ਟੀਚਰ ਕਹਿੰਦਾ ਜੀ ਮੈਂ ਪੜ੍ਹਾਉਣਾ ਜੀ, ਮੈਂ ਆਪਣਾ ਕੰਮ ਕਰ ਰਿਹਾ, ਮੈਂ ਆਪਣਾ ਦਾਤਾ ਜੀ ਕਹਿੰਦੇ ਨੇ ਨਹੀਂ। ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਚਿੱਤ ਲਾਇਆ, ਜਿਨ ਜਿਨ ਨਾਮ ਤੇ ਆਇਆ, ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਾ। ਸੱਚ ਖਰੇ, ਕਹਿੰਦੇ ਉਹ ਸੱਚੇ ਦੀ ਦਰਗਾਹ ਦੇ ਵਿੱਚ ਖਰੇ ਹੋਣਗੇ। ਸਤਿਗੁਰੂ ਰਹਿਮਤ ਕਰਨ। ਪਹਿਲੇ ਪਦੇ ਦੀ ਆਪਾਂ ਵਿਚਾਰ ਕੀਤੀ ਹੈ, ਪਾਵਨ ਪਵਿੱਤਰ ਬਾਣੀ ਪੱਟੀ ਲਿਖੀ। ਅਗਲੇ ਦੇ ਪਦਿਆਂ ਦੀ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ। ਬਹੁਤ ਰੱਬੀ ਬਖਸ਼ਿਸ਼ ਰਹਿਮਤ ਵਾਲੀ ਬਾਣੀ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਿਰਪਾ ਕਰਕੇ ਵਿਚਾਰ ਕਰਵਾਉਣਗੇ, ਆਪ ਜੀ ਸਾਰੇ ਪਿਆਰ ਭਾਵਨਾ ਨਾਲ ਜੁੜ ਕੇ ਆਨੰਦ ਮਾਣਨਾ ਜੀ। ਗੁਰੂ ਕਿਰਪਾ ਸਦਕਾ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਰਹਿਮਤ ਕਰਨ, ਆਪ ਸਭਨਾਂ ਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਗੁਰਬਖਸ਼ੀ ਫਤਿਹ ਪ੍ਰਵਾਨ ਕਰੋ। ਪਿਆਰ ਨਾਲ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹਿਲਾ ਤੀਜਾ। ਨਿਕ ਓੰਕਾਰ ਸਤਿਗੁਰ ਪ੍ਰਸਾਦਿ। ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।